ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸਾਹਿਬ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸ਼ਾਮ ਦੇ ਸਮੇਂ ਮਹਾਰਾਜ ਨੇ ਜੋ ਆਪਾਂ ਨੂੰ ਭਾਈ ਹਰ ਰੋਜ਼ ਦੀ ਤਰ੍ਹਾਂ ਸਤਸੰਗ ਘੜੀਆਂ ਬਖਸ਼ੀਆਂ ਹਨ। ਵਡਭਾਗੀ ਮਾਈ ਭਾਈ ਗੁਰੂ ਮਹਾਰਾਜ ਜੀ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ ਚੱਲ ਰਿਹਾ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀਮਾਨ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਉਹਨਾਂ ਦੁਆਰਾ ਰਚਿਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਆਪ ਜੀ ਸਰਵਣ ਕਰਦੇ ਆ ਰਹੇ ਹੋ। ਪਹਿਲੇ ਮਹੱਲੇ ਦੀ ਕਥਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਇਹ ਪ੍ਰਸੰਗ ਕੱਲ ਲੜੀ ਤਹਿਤ ਆਪਾਂ ਇਹ ਸਰਵਣ ਕੀਤਾ ਹੈ ਕਿ ਰਾਜੇ ਸੁਦਰਸੈਨ ਨੂੰ ਉਪਦੇਸ਼ ਦੇ ਕੇ ਮਹਾਰਾਜ ਜੀ ਉੱਥੋਂ ਚੱਲੇ ਹਨ। ਉਸ ਇਲਾਕੇ ਵਿੱਚ ਆਏ ਨੇ ਜਿੱਥੋਂ ਦਾ ਰਾਜਾ ਕਮਲ ਨੈਣ ਹੈ। ਇਹ ਕਮਲ ਨੈਣ ਪਹਿਲਾਂ ਆਲੇ ਦੁਆਲੇ ਦੇ 17 ਰਾਜਿਆਂ ਦਾ ਮੁਖੀ ਸੀ ਤੇ ਮਹਾਰਾਜ ਰਾਜੇ ਸੁਦਰਸੈਨ ਨੂੰ ਵਰਦੇ ਆਏ ਕਿ ਤੂੰ ਝੰਡੇ ਬਾਢੀ ਦੇ ਚਰਨੀ ਲੱਗ ਕੇ ਰਹਿਣਾ ਹੈ। ਉਹ ਤੋਂ ਉਪਦੇਸ਼ ਗ੍ਰਹਿਣ ਕਰਦੇ ਹੋ। ਸਿੱਖੀ ਦਾ ਪ੍ਰਚਾਰਕ ਝੰਡੇ ਬਾਢੀ ਨੂੰ ਇਲਾਕੇ ਦਾ ਬਣਾਇਆ ਤੇ 17 ਰਾਜਿਆਂ ਦਾ ਤੂੰ ਪ੍ਰਤਾਪੀ ਰਾਜਾ ਹੋਵੇਂਗਾ। ਫਿਰ ਮਹਾਰਾਜ ਜੀ ਚਲਦੇ ਚਲਦੇ ਰਾਜੇ ਕਮਲ ਨੈਣ ਦੇ ਸ਼ਹਿਰ ਵਿੱਚ ਪਹੁੰਚੇ ਹੈ, ਜਿਹਦਾ ਨਾਂ ਸਵਰਨਪੁਰ ਹੈ। ਬਹੁਤ ਚੰਗਾ ਨਗਰ ਹੈ, ਸੋਹਣਾ ਸਾਫ ਸੁਥਰਾ, ਚੰਗੇ ਪਦਾਰਥ ਹਨ। ਤੇ ਉੱਥੇ ਭਾਈ ਮਰਦਾਨੇ ਨੂੰ ਸਤਿਗੁਰੂ ਕਹਿੰਦੇ ਜਾ ਭਾਈ ਤੂੰ ਛਕਿਆ ਨਗਰ ਵਿੱਚ ਜਾ ਕੇ ਕੁਝ। ਭਾਈ ਮਰਦਾਨਾ ਗਿਆ। ਇਹਨੂੰ ਧਰਮ ਸਿੰਘ ਨਾਮ ਦਾ ਇੱਕ ਵਿਅਕਤੀ ਮਿਲਿਆ। ਉਹਨੇ ਨਾਲ ਗੱਲਬਾਤ ਕੀਤੀ। ਉਹ ਕਹਿਣ ਲੱਗਿਆ ਵੀ ਇਹ ਇੱਥੇ ਕੋਈ ਆਵੇ ਕਿਸੇ ਤੋਂ ਮੁੱਲ ਕੁਛ ਨਹੀਂ ਮੰਗਿਆ ਜਾਂਦਾ, ਜੋ ਪਦਾਰਥ ਤੈਨੂੰ ਚਾਹੀਦੇ ਨੇ ਛਕ ਲੈ। ਤੇ ਅਗਰ ਤੂੰ ਕਿਸੇ ਨੂੰ ਲਿਜਾਣਾ ਚਾਹੁੰਦਾ ਉਹ ਵੀ ਲੈ ਜਾ। ਕਹਿੰਦਾ ਮੇਰੇ ਨਾਲ 2 ਸਾਥੀ ਨੇ ਪਰ ਉਹ ਛਕਦੇ ਨਹੀਂ ਹਨ, ਪੌਣ ਹਾਰੀ ਹੈ। ਕੋਈ ਸ਼ਰਧਾ ਪ੍ਰੇਮ ਨਾਲ ਲੈ ਜਾਵੇ ਛਕ ਲੈਂਦੇ ਐ, ਵਰਨਾ ਪੌਣ ਆਹਾਰੀ ਰਹਿੰਦੇ ਨੇ। ਭਾਈ ਮਰਦਾਨੇ ਨੇ ਰੱਜ ਕੇ ਭੋਜਨ ਛਕਿਆ
ਫਿਰ ਉਹ ਪੁੱਛਿਆ ਵੀ ਇਹ ਜਿਹੜਾ ਐਸਾ ਇੱਥੇ ਕਿਉਂ ਹੈ। ਦੱਸਿਆ ਇੱਥੋਂ ਦਾ ਰਾਜਾ ਕਮਲ ਨੈਣ ਹੈ, ਇਹਦਾ ਨਾਂ ਸਵਰਨਪੁਰ ਹੈ। ਮਹਾਰਾਜ ਨੂੰ ਵੀ ਆ ਕੇ ਪੁੱਛਦਾ ਹੈ ਭਾਈ ਮਰਦਾਨਾ। ਮਹਾਰਾਜ ਕਹਿੰਦੇ ਭਾਈ ਮਰਦਾਨਿਆ, ਇਹ ਇੱਥੋਂ ਦੇ ਲੋਕ ਧਰਮੀ ਹੈ, ਇੱਥੇ ਕੋਈ ਪਾਪ ਨਹੀਂ ਹੁੰਦਾ। ਕਹਿੰਦਾ ਮਹਾਰਾਜ ਬਹੁਤ ਸੋਹਣੀ ਇਸ ਚਰਜ ਜਗ੍ਹਾ ਹੈ। ਮਹਾਰਾਜ ਕਹਿੰਦੇ ਇਸ ਚਰਜ ਤੇ ਕਰਤਾਰ ਹੈ, ਪਰਮੇਸ਼ਰ ਹੈ ਭਾਈ ਮਰਦਾਨਿਆ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਇਹ ਜੀਵਨ ਪ੍ਰਸੰਗ। ਫਿਰ ਇੱਕ ਦਿਨ ਧਰਮ ਸਿੰਘ ਨੇ ਪੁੱਛਿਆ ਭਾਈ ਮਰਦਾਨਾ ਜਦੋਂ ਨਗਰ ਵਿੱਚ ਗਿਆ, ਇਹ ਤੂੰ ਕਹਿੰਦਾ ਸੀ ਮੇਰੇ ਹੋਰ ਦੋ ਸਾਥੀ ਨੇ, ਉਹ ਤੇ ਕਦੇ ਵੇਖੇ ਨਹੀਂ। ਭਾਈ ਮਰਦਾਨਾ ਕਹਿੰਦਾ ਉਹ ਇੱਥੇ ਨਹੀਂ ਆਉਂਦੇ, ਕਿਉਂ? ਉਹ ਐਸੇ ਗੁਰੂ ਨਾਨਕ ਦੇ ਪਾਤਸ਼ਾਹ ਬਾਗ ਵਿੱਚ ਬੈਠੇ ਐ ਜਿਨ੍ਹਾਂ ਨੇ ਰਾਜੇ ਸੁਦਰਸੈਨ ਨੂੰ ਬਹੁਤ ਵੱਡੀ ਪਦਵੀ ਬਖਸ਼ੀ ਹੈ, ਪ੍ਰਤਾਪੀ ਰਾਜੇ ਦਾ ਵਰ ਬਖਸ਼ਿਆ ਹੈ। ਭਾਈ ਮਰਦਾਨੇ ਤੋਂ ਸੁਣ ਕਰਕੇ ਜਿਹੜਾ ਧਰਮ ਸਿੰਘ ਹੈ ਉਸ ਚਰਜਿਆ ਹੋਇਆ ਤੇ ਕਮਲ ਨੈਣ ਰਾਜੇ ਕੋਲੇ ਜਾਂਦਾ। ਆਓ ਅੱਗੇ ਪ੍ਰਸੰਗ ਪ੍ਰੇਮ ਔਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਧਰਮ ਸਿੰਘ ਤਬ ਹੀ ਗਇਓ ਕੌਲ ਨੈਣ ਕੇ ਪਾਸ। ਧਰਮ ਸਿੰਘ ਰਾਜੇ ਕਮਲ ਨੈਣ ਦੇ ਕੋਲ ਸਮੇਂ ਗਿਆ ਹੈ। ਤ੍ਰੈ ਅਤੀਤ ਆਏ ਇਹਾਂ ਸੁਨਹੁ ਸਰੋਨ ਅਰਦਾਸ। ਕਹਿੰਦਾ ਹੈ ਰਾਜਾ ਕਮਲ ਨੈਣ ਮੇਰੀ ਬੇਨਤੀ ਸੁਣ ਕੰਨੀ। ਵੀ ਇੱਥੇ ਤਿੰਨ ਅਤੀਤ ਪੁਰਸ਼ ਫਕੀਰ ਜਿਹੜੇ ਹਨ ਉਹ ਆਏ ਹੋਏ, ਤਿੰਨ ਫਕੀਰ ਪਹੁੰਚੇ ਹੋਏ ਹਨ। ਚੌਪਈ ਏਕ ਨਗਰ ਮੈਂ ਖਾਏ ਆਹਾਰਾ। ਉਹਨਾਂ ਦੇ ਵਿੱਚੋਂ ਇੱਕ ਫਕੀਰ ਆ ਜਿਹੜਾ ਨਗਰ ਦੇ ਵਿੱਚ ਆ ਕੇ ਭੋਜਨ ਪਦਾਰਥ ਛਕਦਾ ਹੈ। ਦੁਐ ਬੈਠੇ ਉਦਿਆਨ ਮਝਾਰਾ। ਦੋ ਤਾਂ ਬਾਹਰ ਬਾਗ ਜੰਗਲ ਦੇ ਵਿੱਚ ਹੀ ਬੈਠੇ ਹਨ। ਸਪਤ ਦਿਵਸ ਭੇ ਅਸਨ ਨ ਕੀਨੋ। 7 ਦਿਨ ਹੋ ਗਏ ਉਹਨਾਂ ਬੈਠਿਆਂ ਨੂੰ, ਕੋਈ ਭੋਜਨ ਉਹਨਾਂ ਨਹੀਂ ਛਕਿਆ ਹੈ। ਪੁਨ ਅਚਰਜ ਉਨ ਤੇ ਸੁਨ ਲੀਨੋ। ਫਿਰ ਇਹ ਹੈ ਵੀ ਮੈਂ ਉਹਨਾਂ ਤੋਂ ਬੜਾ ਅਚਰਜ ਦੀ ਗੱਲ ਸੁਣੀ ਹੈ। ਉਨ ਕਾ ਨਫਰ ਕਹੈ ਇਹੋ ਬਾਤ। ਉਹ ਜਿਹੜਾ ਫਕੀਰ ਸੰਤ ਹੈ ਮੁਖੀ, ਉਹਨਾਂ ਦਾ ਜਿਹੜਾ ਦਾਸ ਹੈ ਪ੍ਰਸ਼ਾਦਾ ਛਕਣ ਆਉਂਦਾ ਹੈ ਮਰਦਾਨਾ, ਉਹ ਤੋਂ ਮੈਂ ਇਹ ਗੱਲ ਉਹ ਪ੍ਰਤੱਖ ਕਹਿੰਦਾ ਹੈ। ਉਨਕਾ ਨਫਰ ਇਹ ਗੱਲ ਕਹਿੰਦਾ, ਭਾਵ ਉਹਨਾਂ ਦਾ ਦਾਸ ਸੁਦਰਸੈਨ ਭੂਪਤ ਬਖਿਆਤ। ਕਿ ਜੋ ਰਾਜਾ ਸੁਦਰਸੈਨ ਹੈ ਰਾਜਾ, ਉਹ ਪ੍ਰਗਟ ਬਖਿਆਤ। ਬਖਿਆਤ ਦਾ ਭਾਵ ਮਸ਼ਹੂਰ ਵੀ ਹੈ, ਪ੍ਰਗਟ ਵੀ ਹੈ। ਤਿੰਨ ਕੋ ਤਿੰਨ ਸਿਰ ਤਾਜ ਬਨਾਇਓ। ਇਹ ਐਸੇ ਉਹ ਸੰਤ ਨੇ ਜਿਨ੍ਹਾਂ ਨੇ ਰਾਜੇ ਸੁਦਰਸੈਨ ਨੂੰ ਸਰਤਾਜ ਬਣਾਤਾ, ਸਭ ਦਾ ਮੁਖੀ ਹੋਣ ਦਾ ਵਰ ਦਿੱਤਾ ਹੈ। ਕਮਲ ਨੈਣ ਸੁਨ ਅਚਰਜ ਥਾਇਓ। ਰਾਜਾ ਕਮਲ ਨੈਣ ਸੁਣ ਕੇ ਚਰਜ ਹੋਇਆ ਹੈ। ਚਲੋ ਸੰਤ ਦੇਖੋ ਮੈਂ ਕੈਸੇ। ਕਹਿੰਦਾ ਚਲੋ ਦੇਖੀਏ, ਦੇਖਦਾ ਮੈਂ ਉਹ ਕੈਸੇ ਸੰਤ ਹਨ। ਸਪਤ ਦਿਵਸ ਕੇ ਬਾਹਰ ਬੈਸੇ। ਜਿਹੜੇ 7 ਦਿਨਾਂ ਦੇ ਬਾਹਰ ਹੀ ਬੈਠੇ ਹਨ। ਅਸ ਕਹਿ ਧਰਮ ਸਿੰਘ ਕੇ ਸੰਗਾ। ਇਉਂ ਕਹਿ ਕੇ ਧਰਮ ਸਿੰਘ ਦੇ ਨਾਲ ਗਮਨਿਓ ਔਰ ਮਹਿ ਦਰਸ ਮੰਗਾ। ਹਿਰਦੇ ਵਿੱਚ ਮਹਾਰਾਜ ਦੇ ਦਰਸ਼ਨਾਂ ਦਾ ਉਤਸ਼ਾਹ ਲੈ ਕੇ ਰਾਜਾ ਕਮਲ ਨੈਣ ਚੱਲਿਆ ਹੈ। ਉੱਤਮ ਵਸਤ ਭੇਟ ਲੈ ਹਾਥਾ। ਹੱਥ ਵਿੱਚ ਸੋਹਣੀਆਂ ਉੱਤਮ ਵਸਤੂਆਂ ਭੇਟਾ ਵਾਸਤੇ ਲਈਆਂ ਹਨ। ਯੋਧਾ ਸਚਬ ਬਹੁਤ ਜਹ ਸਾਥਾ। ਜਿਹਦੇ ਨਾਲ ਯੋਧੇ ਨੇ
ਤੇ ਵਜ਼ੀਰ ਹਨ ਬਹੁਤ, ਬੰਦਨ ਕਰਕੇ ਬੈਠਿਓ ਪਾਸ। ਨਮਸਕਾਰ ਕੀਤੀ, ਮਹਾਰਾਜ ਦੇ ਕੋਲ ਬੈਠ ਗਿਆ। ਹੋਏ ਅਧੀਨ ਭਾਖੈ ਅਰਦਾਸ। ਨਿਮਾਣਾ ਜਿਹਾ ਹੋ ਕੇ ਅਧੀਨਗੀ ਧਾਰ ਕੇ ਸਤਿਗੁਰਾਂ ਅੱਗੇ ਬੇਨਤੀ ਕਰਦਾ ਹੈ। ਚੱਲੋ ਨਗਰ ਮਹਿ ਕਰੋ ਪਵਿੱਤਰਾ। ਮਹਾਰਾਜ ਨਗਰ ਵਿੱਚ ਚੱਲੋ, ਨਗਰ ਮਹਿਲਾਂ ਨੂੰ ਪਵਿੱਤਰ ਕਰੋ। ਬੈਠੋ ਮੰਦਰ ਬਿਖੈ ਬਚਿਤਰਾ। ਤਰ੍ਹਾਂ ਤਰ੍ਹਾਂ ਦੇ ਮੰਦਰ ਬਣੇ ਆ ਘਰ ਮਹਾਰਾਜ, ਉੱਥੇ ਬਰਾਜੋ ਚੱਲ ਕੇ। ਗੁਰੂ ਕਹੈ ਜੇ ਹਮ ਲੈ ਜਾਵੋ। ਗੁਰੂ ਸਾਹਿਬ ਕਹਿੰਦੇ ਰਾਜਾ ਕਮਲ ਨੈਣ ਜੇ ਸਾਨੂੰ ਲੈ ਕੇ ਜਾਣਾ ਹੈ। ਸੁਦਰਸੈਨ ਕੀ ਆਨ ਮਨਾਵੋ। ਫਿਰ ਤੂੰ ਰਾਜੇ ਸੁਦਰਸੈਨ ਦੀ ਈਨ ਮੰਨ ਲੈ। ਦੋਹਰਾ ਹਰਖਤ ਭਾ ਦਰਸ਼ਨ ਪਰਸ ਸੁਨਤ ਨਰੇਸ਼ ਅਲਾਈ। ਕਿਉਂਕਿ ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਅਸਰ ਹੋਇਆ ਉਸ ਤੇ। ਖੁਸ਼ ਹੋ ਕੇ ਰਾਜਾ ਕਮਲ ਨੈਣ ਕਹਿੰਦਾ ਹੈ, ਸੁਦਰਸੈਨ ਕੇ ਸਵਾਨ ਜੇ ਕਹੋਂ ਪਰੋਂ ਤਿਨ ਜਾਏ। ਕਿ ਹੇ ਮਹਾਰਾਜ ਸਤਿਗੁਰੂ ਜੀ, ਸੁਦਰਸੈਨ ਰਾਜਾ ਕੀ ਜੇ ਤੁਸੀਂ ਕਹੋ ਮੈਂ ਉਹਦੇ ਕੁੱਤਿਆਂ ਦੀ ਵੀ ਸ਼ਰਨ ਪੈ ਜਾਵਾਂਗਾ। ਤੁਹਾਡੀ ਕਿਰਪਾ ਚਾਹੀਦੀ ਹੈ, ਤੁਹਾਡਾ ਬਚਨ ਮੰਨਾਂਗਾ। ਚਾਉ ਪਈ ਪਰਿਓ ਪਾਏ ਪਰ ਹੋਇ ਕਰ ਦੀਨਾ। ਇਉਂ ਸਤਿਗੁਰਾਂ ਦੇ ਚਰਨੀ ਪੈ ਗਿਆ ਨਿਮਾਣਾ ਦੀਨ ਹੋ ਕਰਕੇ। ਬਿਨੈ ਕਰੀ ਬਹੁ ਭਾਂਤ ਪ੍ਰਬੀਨਾ। ਬਹੁਤ ਤਰ੍ਹਾਂ ਨਾਲ, ਬੜੀ ਸਿਆਣਪ ਨਾਲ ਮਹਾਰਾਜ ਦੇ ਅੱਗੇ ਬੇਨਤੀ ਕੀਤੀ। ਅਨਕ ਭਾਂਤ ਕੀ ਉਸਤਤ ਕਰਕੇ। ਅਨੇਕਾਂ ਤਰ੍ਹਾਂ ਦੀ ਮਹਿਮਾ ਵਡਿਆਈ ਉਸਤਤੀ ਕਰਕੇ। ਆਨੇ ਨਗਰ ਭਾਉ ਧਰ ਕੇ। ਹਿਰਦੇ ਵਿੱਚ ਪ੍ਰੇਮ ਭਾਵਨਾ ਧਾਰ ਕੇ ਸਤਿਗੁਰਾਂ ਨੂੰ ਨਗਰ ਵਿੱਚ ਲੈ ਆਇਆ ਹੈ। ਜਿਹ ਕੰਚਨ ਕੋ ਮੰਦਰ ਸੋਹਤ। ਜਿੱਥੇ ਬਹੁਤ ਸੋਨੇ ਦੇ ਮੰਦਰ ਸੋਹੰਦੇ ਹਨ। ਮੁਕਤਾ ਕੀ ਝਾਲਰ ਮਨ ਮੋਹਤ। ਮੋਤੀਆਂ ਦੀਆਂ ਝਾਲਰਾਂ ਲੱਗੀਆਂ ਮਨ ਨੂੰ ਮੋਹਦੀਆਂ ਹਨ। ਬੀਚ ਰੁਚਰ ਪਰੇ ਅੰਕ ਡਸਾਵਾ। ਮਹਿਲ ਦੇ ਵਿੱਚ ਮਹਾਰਾਜ ਦੇ ਲਈ ਸੋਹਣਾ ਸੁੰਦਰ ਰਾਜੇ ਕਮਲ ਨੈਣ ਨੇ ਪਲੰਗ ਡਸਾਇਆ, ਭਾਵ ਡਹਾਇਆ ਹੈ। ਤਾਪਰ ਸ੍ਰੀ ਗੁਰ ਕੋ ਬੈਸਾਵਾ। ਉਸ ਪਲੰਗ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਿਠਾਇਆ ਹੈ। ਨਾਨਾ ਭਾਤਨ ਸੇਵਾ ਠਾਨੀ। ਬਹੁਤ ਤਰ੍ਹਾਂ ਦੀ ਰਾਜੇ ਕਮਲ ਨੈਣ ਨੇ ਸੇਵਾ ਕੀਤੀ। ਨਿਜ ਕਰ ਸੋ ਨ੍ਰਿਪ ਮਾਨ ਸੁਹਾਨੀ। ਆਪਣੇ ਹੱਥੀਂ ਰਾਜੇ ਨੇ ਮਾਨ ਸੁਹਾਨੀ, ਆਪਣੇ ਮਾਣ ਨੂੰ ਨਾਸ਼ ਕਰਕੇ ਸੇਵਾ ਕੀਤੀ। ਤਹਿ ਚਿਰ ਕਾਲ ਬਸੇ ਜਗਤੇਸਾ। ਉੱਥੇ ਬਹੁਤ ਸਮਾਂ ਜਗਤ ਈਸ਼ਵਰ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਬਸੇ ਹਨ। ਆਤਮ ਗਿਆਨ ਨ੍ਰਿਪਹਿ ਉਪਦੇਸ਼ਾ। ਇਸ ਰਾਜੇ ਕਮਲ ਨੈਣ ਨੂੰ ਵੀ ਮਹਾਰਾਜ ਨੇ ਆਤਮ ਗਿਆਨ ਬਖਸ਼ਿਆ ਹੈ। ਸਰਬ ਰੂਪ ਮਹਿ ਏਕ ਲਖਾਇਆ। ਜੋ ਸਾਰੇ ਰੂਪਾਂ ਦੇ ਵਿੱਚ ਇੱਕ ਬ੍ਰਹਮ ਜਣਾ ਦਿੱਤਾ। ਮਨ ਤੇ ਦੁਤੀਆ ਭਾਵ ਉਠਾਇਆ। ਤੇ ਮਨ ਦੇ ਵਿੱਚੋਂ ਉਹਦੇ ਵੀ ਦਵੈਸ਼ ਭਾਵ ਖਤਮ ਕਰ ਦਿੱਤੀ। ਗ੍ਰੰਥ ਬਢਨ ਤੇ ਅਤ ਡਰ ਪਾਇਓ। ਉਹੀ ਉਪਦੇਸ਼ ਮਹਾਰਾਜ ਨੇ ਉਸੇ ਤਰ੍ਹਾਂ ਦਵੈਤ ਖਤਮ ਕਰਕੇ ਇੱਕ ਦਾ ਉਪਦੇਸ਼ ਦੇਤਾ। ਸੰਤ ਰੇਣ ਜੀ ਕਹਿੰਦੇ ਵੀ ਮੈਂ ਉਹ ਫੇਰ ਦੁਆਰਾ ਉਹ ਜੋ ਉਪਦੇਸ਼ ਹੈ ਉਹ ਨਹੀਂ ਲਿਖ ਰਿਹਾ, ਕਿਉਂਕਿ ਗ੍ਰੰਥ ਬਹੁਤ ਵੱਧ ਜੂ। ਇਹ ਮੇਰੇ ਅੰਦਰ ਡਰ ਹੈ। ਇਸ ਤੇ ਥੋੜੇ ਮਾਹਿ ਦਿਖਾਇਓ। ਇਸ ਕਰਕੇ ਭਾਈ ਅਸੀਂ ਇਹ ਜਿਹੜਾ ਇਤਿਹਾਸ ਲਿਖ ਰਹੇ ਹਾਂ ਸੰਖੇਪ ਹੀ ਦਿਖਾ ਰਹੇ ਹਾਂ, ਸੰਖੇਪ ਦੱਸ ਰਹੇ ਹਾਂ। ਧਰਮਸਾਲ ਸੁੰਦਰ ਬਨਵਾਈ। ਸੋਹਣੀ ਸੁੰਦਰ ਉੱਥੇ ਫਿਰ ਧਰਮਸਾਲ ਬਣਵਾਈ। ਕੀਰਤ ਹੋਵਨ ਲੱਗੀ ਸੁਹਾਈ। ਪਰਮੇਸ਼ਰ ਦੀ ਬਹੁਤ ਸੁਹਾਵਣੀ
ਕੀਰਤੀ ਹੋਣ ਲੱਗੀ ਹੈ। ਭਗਤ ਪ੍ਰਕਾਸ਼ ਕਰੀ ਪੁਰ ਮਾਹੀ, ਨਗਰ ਦੇ ਵਿੱਚ ਸਾਰੇ ਭਗਤੀ ਦਾ ਪ੍ਰਕਾਸ਼ ਹੋਇਆ। ਸਿਮਰਨ ਲੱਗੇ ਨਾਮ ਦੁਖ ਦਾਹੀ, ਪਰਮੇਸ਼ਰ ਦਾ ਨਾਮ ਸਿਮਰਨ ਲੱਗੇ ਜੋ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਸ੍ਰੀ ਨਾਨਕ ਕੀ ਸੇਵਾ ਕਰਹੀ, ਸਾਰੇ ਭਾਈ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੀ ਸੇਵਾ ਕਰਦੇ ਹਨ। ਮੋਹਿ ਮਾਨ ਮਨ ਤੇ ਪਰ ਹਰਹੀ, ਮੋਹ ਤੇ ਮਾਨ ਮਨ ਦੇ ਉੱਪਰੋਂ ਭਾਵ ਮਨ ਵਿੱਚੋਂ ਸਾਰਾ ਨਾਸ਼ ਕਰਦੇ ਨੇ। ਗਮਨ ਤਿਆਰ ਭਏ ਗੁਣ ਐਨਾ, ਗੁਣਾਂ ਦਾ ਘਰ ਸਤਿਗੁਰੂ ਜੀ ਹੁਣ ਇੱਥੋਂ ਭਾਈ ਚੱਲਣ ਵਾਸਤੇ ਤਿਆਰ ਹੋਏ। ਤਬ ਬੋਲਿਓ ਬਚ ਪੰਕਜ ਨੈਣਾ, ਤਾਂ ਫਿਰ ਭਾਈ ਪੰਕਜ ਕਮਲ ਨੈਣ, ਪੰਕਜ ਕਮਲ ਨੂੰ ਕਹਿੰਦੇ ਆ। ਫਿਰ ਕਮਲ ਨੈਣ ਰਾਜਾ ਬੇਨਤੀ ਕਰਦਾ ਹੈ, ਮੈਂ ਤੋ ਗਮਨੋ ਸੰਗ ਤੁਮਾਰੇ, ਮਹਾਰਾਜ ਮੈਂ ਤੁਹਾਡੇ ਨਾਲ ਚੱਲਣਾ ਹੈ। ਦੇਹੋ ਰਾਜ ਪਰ ਅਪਰ ਬਿਠਾਰੇ, ਇਹ ਰਾਜ ਦੇ ਉੱਤੇ ਹੁਣ ਕਿਸੇ ਹੋਰ ਨੂੰ ਬਿਠਾ ਦੇਵਾਂਗਾ। ਸ੍ਰੀ ਗੁਰ ਬੋਲੇ ਸੁਨੋ ਭੁਪਾਲਾ, ਮਹਾਰਾਜ ਕਹਿਣ ਲੱਗੇ ਰਾਜਾ ਕਵਲ ਨੈਣ ਸੁਣ ਭਾਈ, ਰਾਜ ਜੋਗ ਤੁਮ ਕਰੋ ਵਿਸਾਲਾ, ਤੂੰ ਇੱਥੇ ਰਾਜ ਗੱਦੀ ਤੇ ਬੈਠ ਕੇ ਹੀ ਮਹਾਨ ਰਾਜ ਜੋਗ ਕਰ, ਜੋਗ ਭਾਵ ਧਰਮ ਕਮਾ। ਠਾਨੋ ਸਦਾ ਧਿਆਨ ਮਨ ਮਾਹੀ, ਤੂੰ ਹਮੇਸ਼ਾ ਸਾਡਾ ਧਿਆਨ ਮਨ ਦੇ ਵਿੱਚ ਧਾਰੀ। ਮੈਂ ਹੋ ਨਿਕਟ ਦੂਰ ਕਿਤ ਨਾਹੀ, ਮੈਂ ਹਮੇਸ਼ਾ ਨਾਲ ਹੀ ਆ ਕਮਲ ਨੈਣ, ਤੇਤੋਂ ਕਿਤੇ ਦੂਰ ਨਹੀਂ। ਬਹੁ ਪ੍ਰਕਾਰ ਕਰ ਧੀਰਜ ਦੀਨੀ, ਤੇ ਬਹੁਤ ਤਰ੍ਹਾਂ ਕਰਕੇ ਮਹਾਰਾਜ ਨੇ ਰਾਜੇ ਕਮਲ ਨੈਣ ਨੂੰ ਧੀਰਜ ਹੌਸਲਾ ਦਿੱਤਾ ਹੈ। ਚੱਲਣੇ ਹੇਤੰ ਤਿਆਰੀ ਕੀਨੀ, ਹੁਣ ਇੱਥੋਂ ਚੱਲਣ ਦੇ ਵਾਸਤੇ ਮਹਾਰਾਜ ਨੇ ਤਿਆਰੀ ਕਰ ਲਈ ਹੈ। ਤਬ ਨ੍ਰਿਪ ਪਰਮ ਪ੍ਰੇਮ ਮਹਿ ਭੀਨਾ, ਤਾਂ ਰਾਜਾ ਕਮਲ ਨੈਣ ਬਹੁਤ ਜ਼ਿਆਦੇ ਪ੍ਰੇਮ ਵਿੱਚ ਭਿੱਜਿਆ ਹੈ। ਜਿਉਂ ਜਲਹੀਨ ਖੀਨ ਭੈ ਮੀਨਾ, ਇਸ ਤਰ੍ਹਾਂ ਦੀ ਹਾਲਤ ਹੋ ਗਈ ਜਿਵੇਂ ਪਾਣੀ ਤੋਂ ਬਿਨਾਂ ਮੱਛੀ ਦੀ ਹਾਲਤ ਹੋ ਜਾਂਦੀ ਹੈ। ਕਰ ਨਰੇਸ਼ ਪਰ ਖੁਸ਼ੀ ਅਪਾਰਾ, ਮਹਾਰਾਜ ਰਾਜੇ ਕਮਲ ਨੈਣ ਤੇ ਬੇਅੰਤ ਖੁਸ਼ੀਆਂ ਬਖਸ਼ਿਸ਼ ਕਰਕੇ ਆਗੇ ਗਮਨੇ ਮੋਖ ਉਦਾਰਾ, ਇਉਂ ਭਾਈ ਮਹਾਨ ਮੁਕਤੀ ਦੇਣ ਵਾਲੇ ਮਹਾਰਾਜ ਫਿਰ ਇੱਥੋਂ ਅੱਗੇ ਚੱਲੇ ਹਨ। ਇਤ ਸ੍ਰੀ ਗੁਰਪੁਰਬ ਪ੍ਰਕਾਸ਼ ਗ੍ਰੰਥੇ ਪ੍ਰਥਮ ਮਹੱਲੇ ਰਾਜਾ ਕਮਲ ਨੈਣ ਪ੍ਰਸੰਗ ਵਰਣਨੰ, ਨਾਮ ਅਸ਼ਟ ਤ੍ਰਿੰਸਤੀ ਮੰਦਰ ਹੈ। ਇਹ ਜੋ ਗੁਰਪੁਰਬ ਪ੍ਰਕਾਸ਼ ਗ੍ਰੰਥ ਹੈ, ਪਹਿਲੇ ਮਹੱਲੇ ਵਿੱਚ ਭਾਈ ਰਾਜੇ ਕਮਲ ਨੈਣ ਦਾ ਇੱਥੇ ਤਾਂ ਪ੍ਰਸੰਗ ਵਰਣਨ ਕੀਤਾ। ਇਹ ਅਸ਼ਟ ਤ੍ਰਿੰਸਤੀ ਮੰਦਰ ਹੈ, ਭਾਵ 38ਵੇਂ ਘਰ ਦਾ ਪ੍ਰਸੰਗ ਹੈ। ਦੋਹਰਾ ਅੱਗੇ 39ਵੇਂ ਘਰ ਦਾ ਪ੍ਰਸੰਗ ਸੰਤ ਰੇਣ ਜੀ ਦੱਸ ਰਹੇ ਹਨ। ਸ੍ਰੀ ਗੁਰ ਚਰਨ ਸਰੋਜ ਕੋ ਪ੍ਰੇਮ ਹਰੀ ਪਹਿਚਾਨ, ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਚਰਨ ਕਮਲਾਂ ਦਾ ਪ੍ਰੇਮ ਜਿਹੜਾ ਉਹ ਪਹਿਚਾਣ ਕੇ, ਜਾਂ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਪ੍ਰੇਮ ਸਿੰਘ ਪਹਿਚਾਣ ਕਰ ਜਾਣ ਕਰ, ਅਮਰ ਅਜਰ ਸੁਖ ਪਾਏ ਹੈ ਜੇ ਕਰ ਹੀ ਤੇ ਧਿਆਨ। ਜਿਹੜਾ ਵੀ ਭਾਈ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦਾ ਧਿਆਨ ਕਰ ਲੈਂਦਾ ਹੈ, ਉਹ ਅਮਰ ਤੇ ਅਜਰ ਸੁਖ ਪਾ ਲੈਂਦਾ ਹੈ। ਭਾਵ ਉਹ ਸੁਖ ਜਿਹੜਾ ਨਾਸ਼ ਨਹੀਂ ਹੁੰਦਾ, ਤੇ ਐਸਾ ਸੁਖ ਜਿਹਨੂੰ ਜਰਨਾ ਕਠਨ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ। ਚੌਪਈ ਚਲਤ ਚਲਤ ਗੁਰ ਪਹੁੰਚੇ ਤਹਾਂ, ਹੁਣ ਇੱਥੋਂ ਚੱਲਦੇ ਚੱਲਦੇ ਮਹਾਰਾਜ ਅੱਗੇ ਸਮੇਰ ਪਰਬਤ ਵੱਲ ਨੂੰ ਹੋਏ ਹੈ, ਉਸ ਜਗ੍ਹਾ ਪਹੁੰਚੇ ਹਨ। ਕੰਚਨ ਕੀ ਧਰਨੀ ਥੀ ਜਹਾਂ,
ਜਿੱਥੇ ਸਾਰੀ ਧਰਤੀ ਹੋਈ ਸੋਨੇ ਦੀ ਸੀ, ਝਰਨੇ ਅੰਮ੍ਰਿਤ ਘੇਰ ਅਪਾਰਾ, ਤੇ ਬਹੁਤ ਅੰਮ੍ਰਿਤ ਦੇ ਝਰਨੇ ਚੱਲਦੇ ਹਨ। ਮਰਦਾਨਾ ਪਿਖ ਹਰਖਿਓ ਭਾਰਾ, ਭਾਈ ਮਰਦਾਨਾ ਵੇਖ ਕੇ ਬਹੁਤ ਪ੍ਰਸੰਨ ਹੋਇਆ ਹੈ। ਪੁੱਛੇ ਹੇ ਗੁਰ ਦੀਨਾ ਨਾਥ, ਪੁੱਛਿਆ ਵੀ ਹੇ ਮਹਾਰਾਜ ਗਰੀਬਾਂ ਦੇ ਮਾਲਕ ਸਤਿਗੁਰੂ ਜੀ, ਸੁਧਾਰ ਕੰਚਨ ਜਹੈ ਇਕਾਥ। ਇਹ ਮਹਾਰਾਜ ਆ ਜਿਹੜੀ ਧਰਤੀ ਹੈ ਇਹ ਬੜਾ ਸੁੱਧ ਸੋਨੇ ਵਰਗੀ ਹੈ। ਮਾਨੁਖ ਜਾਤ ਨ ਦੀਸੈ ਕੋਏ, ਪਰ ਇੱਥੇ ਮਹਾਰਾਜ ਕੋਈ ਮਨੁੱਖੀ ਜਾਤ ਦਿਸਦੀ ਨਹੀਂ ਹੈ। ਸ੍ਰੀ ਸਤਿਗੁਰ ਕੇ ਤਬ ਬਚ ਹੋਏ, ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਿਰ ਬਚਨ ਕਰਦੇ ਹਨ, ਹੇ ਮਰਦਾਨਾ ਜੋ ਪ੍ਰਭੂ ਪਿਆਰੇ। ਇਹ ਭਾਈ ਮਰਦਾਨਾ ਜਿਹੜੇ ਇੱਥੇ ਪਰਮੇਸ਼ਰ ਦੇ ਪਿਆਰੇ ਹਨ, ਤਿੰਨ ਹਿਤ ਬਹਿ ਸੁਧਾ ਰਸ ਧਾਰੇ। ਇਹ ਅੰਮ੍ਰਿਤ ਦੇ ਜਿਹੜੇ ਝਰਨੇ ਅੰਮ੍ਰਿਤ ਰਸ ਦੇ ਉਹਨਾਂ ਦੇ ਵਾਸਤੇ ਚੱਲਦੇ ਆ। ਜੋ ਪੀਵੇ ਤਿਸ ਭੁੱਖ ਤਿਖ ਨਾਸੈ, ਜਿਹੜਾ ਇਸ ਅੰਮ੍ਰਿਤ ਜਲ ਨੂੰ ਪੀ ਲੈਂਦਾ ਉਹਦੀ ਭੁੱਖ ਤਰੇ ਖਤਮ ਹੋ ਜਾਂਦੀ ਹੈ। ਸ਼ਾਂਤੀ ਗਿਆਨ ਹਿਰਦੈ ਪ੍ਰਕਾਸ਼ੈ, ਉਸ ਦੇ ਹਿਰਦੇ ਵਿੱਚ ਸ਼ਾਂਤੀ ਆਨੰਦ ਗਿਆਨ ਪ੍ਰਕਾਸ਼ ਹੋ ਜਾਂਦਾ ਹੈ। ਕਹਿ ਮਰਦਾਨਾ ਹੇ ਗੁਰ ਪੂਰੇ, ਭਾਈ ਮਰਦਾਨਾ ਕਹਿਣ ਲੱਗਿਆ ਹੈ ਪੂਰੇ ਸਤਿਗੁਰ ਜੀ, ਪੀਵੋ ਆਗਿਆ ਦੇਉ ਜਰੂਰੇ। ਫਿਰ ਤਾਂ ਮੈਨੂੰ ਮਹਾਰਾਜ ਜਰੂਰ ਆਗਿਆ ਦਿਓ, ਮੈਂ ਵੀ ਛਕ ਲਵਾਂ। ਭੂਖ ਤਿਖਾ ਮੋਹਿ ਬਹੁ ਸੰਤਾਏ, ਕਿਉਂਕਿ ਮੈਨੂੰ ਤਾਂ ਭੁੱਖ ਤੇਰੇ ਬਹੁਤ ਜ਼ਿਆਦਾ ਦੁਖੀ ਕਰਦੀ ਹੈ, ਸੰਤਾਉਂਦੀ ਹੈ। ਹੇ ਪ੍ਰਭ ਇਸ ਤੇ ਲੇਹੁ ਛੁਡਾਏ, ਹੇ ਪਰਮੇਸ਼ਰ ਕਿਰਪਾ ਕਰੋ ਫਿਰ ਮੈਨੂੰ ਵੀ ਆਗਿਆ ਦਿਓ, ਛਕ ਲੈਣਾ, ਮੈਨੂੰ ਆ ਭੁੱਖ ਤਰੇ ਤੋਂ ਛੁਡਾ ਲਓ। ਕਹਿ ਗੁਰ ਇਸੀ ਹੇਤ ਤੋਹਿ ਲਿਆਏ, ਮਹਾਰਾਜ ਕਹਿੰਦੇ ਭਾਈ ਮਰਦਾਨਿਆਂ ਤੈਨੂੰ ਇਸੇ ਕਰਕੇ ਹੀ ਇੱਥੇ ਲੈ ਕੇ ਆਏ ਹਾਂ। ਪੀਵੋ ਅਬ ਨਹਿ ਦੇਰ ਲਗਾਏ, ਹੁਣ ਤੂੰ ਦੇਰ ਨਾ ਲਾ, ਇਹ ਅੰਮ੍ਰਿਤ ਜਲ ਛਕ ਲੈ। ਲੈ ਆਇਸ ਤਬ ਪੀਓ ਕਨੇਰਾ, ਗੁਰਮੁਖੋ ਇਹ ਗੁਰੂ ਦੀ ਹੋਈ ਕਲਾ ਹੈ। ਦੇਖੋ ਪਾਣੀ ਤਾਂ ਜਗ੍ਹਾ ਜਗ੍ਹਾ, ਇਹ ਤਾਂ ਮਹਾਰਾਜ ਦੀ ਦ੍ਰਿਸ਼ਟੀ ਸੀ ਨਾ, ਉਹ ਦ੍ਰਿਸ਼ਟੀ ਨੇ ਸਾਰੀ ਧਰਤੀ ਸੋਨੇ ਵੱਤ ਬਣਾਤੀ, ਉਹੀ ਜਲ ਦੇ ਝਰਨੇ ਅੰਮ੍ਰਿਤ ਬਣਾਤੇ। ਗੁਰੂ ਦੀ ਦ੍ਰਿਸ਼ਟੀ ਵਿੱਚ ਸਭ ਕੁਝ ਹੈ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਤੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਅੱਖਾਂ 'ਚ ਛਿੱਟੇ ਮਾਰਦੇ ਆ ਅੰਮ੍ਰਿਤ ਦੇ, ਉਹਦਾ ਭਾਵ ਵੀ ਇਹੀ ਹੈ ਕਿ ਗੁਰਸਿੱਖਾ ਇਤੋਂ ਭਾਈ ਤੇਰੀ ਵੀ ਜਿਹੜੀ ਦ੍ਰਿਸ਼ਟੀ ਅੰਮ੍ਰਿਤ ਵਾਲੀ ਹੋ ਜੇ। ਗੁਰੂ ਦੀ ਦ੍ਰਿਸ਼ਟੀ 'ਚ ਅੰਮ੍ਰਿਤ ਹੈ, ਮਹਾਰਾਜ ਜਿਹਦੇ ਤੇ ਉਹ ਦ੍ਰਿਸ਼ਟੀ ਅੰਮ੍ਰਿਤਮਈ ਕਰ ਦਿੰਦੇ ਆ। ਐਸੇ ਸੀ ਕਿ ਨਿਗਾਹ ਮਾਰ ਕੇ ਰੋਗੀ ਦਾ ਰੋਗ ਦੂਰ ਕਰ ਦੇਣਾ, ਉਹਦੇ ਹਿਰਦੇ ਨੂੰ ਸ਼ਾਂਤ ਕਰ ਦੇਣਾ। ਗੁਰੂ ਮਹਾਰਾਜ ਦੀ ਦ੍ਰਿਸ਼ਟੀ 'ਚ ਸਾਰਾ ਕੁਝ ਹੈ। ਇਹ ਮਹਾਰਾਜ ਕਿਰਪਾ ਕਰਦੇ। ਹੁਣ ਉਹ ਦ੍ਰਿਸ਼ਟੀ ਹੋਈ ਐਸੀ ਪਾਈ ਕਿ ਉਹਨਾਂ ਝਰਨਿਆਂ ਨੂੰ ਅੰਮ੍ਰਿਤ ਬਣਾਤਾ, ਧਰਤੀ ਨੂੰ ਸੋਨਾ। ਮਹਾਰਾਜ ਕਹਿੰਦੇ ਦੇਰ ਨਾ ਕਰ, ਪੀਵੋ ਆਪ ਨਹਿ ਦੇਰ ਲਗਾਏ। ਹੁਣ ਦੇਰ ਨਾ ਲਾ ਭਾਈ ਮਰਦਾਨਿਆ, ਤੈਨੂੰ ਲੈ ਕੇ ਆਏ ਇਸੇ ਕਰਕੇ ਹੁਣ ਇਹ ਛਕ ਲੈ। ਲੈ ਆਇਸ ਤਬ ਪੀਓ ਕਨੇਰਾ, ਆਗਿਆ ਲੈ ਕੇ ਭਾਈ ਮਰਦਾਨੇ ਨੇ ਪੂਰਾ ਆਨੰਦ ਨਾਲ ਬੇਅੰਤ ਛਕਿਆ ਹੈ। ਭਾਵ ਦੇਹ ਤਿਸ ਛਿਨ ਬਿਨ ਦੇਰਾ, ਉਸੇ ਛਿਨ ਬਿਨਾਂ ਦੇਰੀ ਭਾਵ ਤੁਰੰਤ ਹੀ ਬਦੇਹ ਹੋ ਗਿਆ। ਦੇਹੀ ਤੋਂ ਸੁਰਤੀ ਉੱਪਰ ਦੇਹ ਤੋਂ ਬਦੇਹ ਹੋ ਜਾਣਾ। ਹੁਣ ਦੇਹ ਦਾ ਕੋਈ ਮਤਲਬ ਨਹੀਂ ਰਿਹਾ ਹੈ। ਕਿਤਕ ਕਾਲ ਮਹਿ ਸੁਧ ਤਨ ਆਈ, ਕੁਝ ਸਮੇਂ ਬਾਅਦ ਫਿਰ ਭਾਈ ਮਰਦਾਨੇ ਨੂੰ ਸੁਧ ਸੁਚੇਤਤਾ ਆਈ। ਸ੍ਰੀ ਸਤਿਗੁਰ ਚਰਨਨ ਲਪਟਾਈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨੀ ਲਿਪਟਿਆ ਹੈ। ਤੇ ਦਿਨ ਤੇ ਪੁਨ ਭੂਖ ਰ ਪਿਆਸ, ਉਸ ਦਿਨ ਤੋਂ ਐਸੀ ਕਿਰਪਾ ਕਰਤੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਭੁੱਖ ਤੇ ਪਿਆਸ ਜੋ ਹੈ ਨਹਿ ਆਈ ਮਰਦਾਨੇ ਪਾਸ।
ਭਾਈ ਮਰਦਾਨੇ ਦੇ ਨੇੜੇ ਨਹੀਂ ਆਈ। ਫਿਰ ਪ੍ਰੇਮ ਵਿੱਚ ਤਾਂ ਜਿਵੇਂ ਮਹਾਰਾਜ ਮੌਜ ਸੀ ਛਕ ਲੈਂਦੇ, ਪਰ ਕਦੇ ਫਿਰ ਭਾਈ ਮਰਦਾਨੇ ਨੂੰ ਭੁੱਖ ਤੇ ਨੇ ਵਿਆਕੁਲ ਨਹੀਂ ਕੀਤਾ ਹੈ। ਐਸੀ ਕਿਰਪਾ ਹੋਈ ਅੜਲ, ਚੱਲੇ ਤਹਾਂ ਤੇ ਮੇਰ ਉਪਰੇ ਜਾਨ ਕੋ। ਹੁਣ ਮਹਾਰਾਜ ਉੱਥੋਂ ਅੱਗੇ ਭਾਈ ਸਮੇਰ ਪਰਬਤ ਤੇ ਜਾਣ ਵਾਸਤੇ ਚੱਲੇ ਨੇ। ਸ਼ਕਤ ਸਹਿਤ ਸਭ ਸਿੱਧ ਧਰਤ ਜਹ ਮਾਨ ਕੋ। ਜਿੱਥੇ ਭਾਈ ਸਾਰੀਆਂ ਸ਼ਕਤੀਆਂ ਨਾਲ ਜਿਹੜੇ ਸਿੱਧ ਨੇ ਧਰਤੀ ਤੇ ਬੜੇ ਮਾਣ ਨਾਲ ਬੈਠੇ ਹਨ ਸਮੇਰ ਪਰਬਤ ਤੇ। ਗੋਰਖ ਕੋ ਸੁਧ ਭਈ ਆਏ ਗੁਰ ਪੂਰਨ। ਗੋਰਖ ਨੂੰ ਗਿਆਨ ਸੋਝੀ ਹੋਈ ਕਿ ਪੂਰਨ ਸਤਿਗੁਰੂ ਜੀ ਆਏ ਹਨ। ਹੋ ਭਰਥਰ ਕੋ ਤਬ ਕਹਿਓ ਜਾਓ ਤੁਮ ਤੂਰਨ। ਤਾਂ ਭਰਥਰੀ ਜੋਗੀ ਨੂੰ ਕਿਹਾ, ਭਰਥਰੀ ਗੋਰਖ ਕਹਿੰਦਾ ਤੂੰ ਤੁਰੰਤ ਚਲਿਆ ਜਾ। ਮਹਾਰਾਜ ਨੂੰ ਅੱਗਿਓਂ ਲੈ ਕੇ ਆ ਦੋਹਰਾ। ਸ੍ਰੀ ਨਾਨਕ ਜੀ ਆਏ ਹੈ ਮਾਨਨ ਹਰ ਬੇਮਾਨ। ਕਹਿੰਦਾ ਜਾ ਗੁਰੂ ਨਾਨਕ ਦੇ ਪਾਤਸ਼ਾਹ ਆਏ ਆ, ਵੱਡੇ ਵੱਡੇ ਮਾਣ ਕਰਨ ਵਾਲੇ ਜਿਹੜੇ ਆਪਣੇ ਚ ਹੈਗੇ ਆ, ਉਹਨਾਂ ਦਾ ਮਾਣ ਦੂਰ ਕਰਨ ਵਾਸਤੇ। ਆਗਤ ਭਾਗਤ ਕਰੋ ਤਿਨ ਲੈ ਆਵੋ ਇਸ ਥਾਨ। ਜਾ ਭਰਥਰੀ ਉਹਨਾਂ ਦੀ ਆਗਿਆ ਭਾਗਿਆ ਕਰ, ਸਤਿਕਾਰ ਨਾਲ ਇਸ ਜਗ੍ਹਾ ਤੇ ਲੈ ਕੇ ਆ। ਹਰਖ ਧਾਰਿਓ ਤਬ ਭਰਥਰੀ ਤੂਰਨ ਭਇਓ ਤਿਆਰ। ਭਰਥਰੀ ਜੋਗੀ ਨੇ ਬਹੁਤ ਖੁਸ਼ੀ ਧਾਰੀ, ਤੁਰੰਤ ਤਿਆਰ ਹੋ ਗਿਆ। ਜਾਉ ਨਾਥ ਜੀ ਗੁਰੂ ਪੈ ਲਿਆਵੋ ਸਹਿਤ ਪਿਆਰ। ਕਹਿੰਦਾ ਹੈ ਗੋਰਖਨਾਥ ਜੀ ਮੈਂ ਜਾਣਾ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ, ਉਹਨਾਂ ਨੂੰ ਪਿਆਰ ਸਤਿਕਾਰ ਨਾਲ ਲੈ ਕੇ ਆਉਂਦਾ ਹਾਂ। ਅੜਲ ਆਸ ਕਹਿ ਆਏ ਹਦੂਰ ਆਦੇਸ਼ ਬਖਾਨਿਆ। ਇਉਂ ਕਹਿ ਕੇ ਭਾਈ ਮਹਾਰਾਜ ਦੇ ਕੋਲ ਆਇਆ ਭਰਥਰੀ। ਆਦੇਸ਼ ਕਿਹਾ ਹੈ। ਹਰਖ ਧਾਰ ਔਰ ਮਿਲਿਓ ਜੋਰ ਕਰ ਪਾਨਿਆ। ਖੁਸ਼ੀ ਧਾਰ ਕੇ ਮਹਾਰਾਜ ਨੂੰ ਹਿਰਦੇ ਵਿੱਚ ਖੁਸ਼ ਧਾਰ ਕੇ ਮਿਲਿਆ। ਜੋਰ ਕਰ ਪਾਨਿਆ ਹੱਥ ਜੋੜ ਕਰਕੇ। ਚੱਲੀਏ ਦੀਨ ਦਿਆਲ ਮੇਰ ਕੇ ਉਪਰੇ। ਕਹਿਣ ਲੱਗਿਆ ਹੈ ਦੀਨ ਦਿਆਲ ਸਤਿਗੁਰੂ ਜੀ ਚੱਲੋ ਸਮੇਰ ਪਰਬਤ ਪਰ। ਖੋ ਦਰਸ ਚਹਿਤ ਸਭ ਸਿੱਧ ਉਡੀਕਤ ਹਿਤ ਧਰੇ। ਜਿੰਨੇ ਵੀ ਸਿੱਧ ਨੇ ਤੁਹਾਡੇ ਦਰਸ਼ਨਾਂ ਨੂੰ ਚਾਹਨਾ ਕਰ ਰਹੇ ਆ, ਪ੍ਰੇਮ ਧਾਰ ਕੇ ਤੁਹਾਨੂੰ ਉਡੀਕ ਰਹੇ ਹਨ। ਬੋਲੇ ਪੰਕਜ ਨੈਣ ਕੀਨ ਸਨਮਾਨਿਆ। ਇਧਰੋਂ ਭਾਈ ਕਮਲ ਨੇਤਰਾਂ ਵਾਲੇ ਸਤਿਗੁਰੂ ਵੀ ਭਰਥਰੀ ਨੂੰ ਮਾਣ ਸਤਿਕਾਰ ਦਿੰਦੇ ਹੋਏ ਕਹਿਣ ਲੱਗੇ, ਧੰਨ ਭਰਥਰੀ ਤੁਮੈ ਜੋਗ ਰਸ ਜਾਣਿਆ। ਭਾਈ ਇਹ ਭਰਥਰੀ ਜੋਗੀ ਤੂੰ ਧੰਨ ਹੈ ਜਿਹਨੇ ਜੋਗ ਦੇ ਰਸ ਨੂੰ ਜਾਣਿਆ ਹੈ। ਚੰਦ ਬਦਨ ਤ੍ਰਿਯ ਤਜੀ ਦੇਸ਼ ਪੁਨ ਰਾਜ ਜੋ। ਕਹਿੰਦੇ ਚੰਦ ਵਰਗੇ ਮੁਖੜੇ ਵਾਲੀਆਂ ਇਸਤਰੀਆਂ ਛੱਡੀਆਂ, ਬਹੁਤ ਵੱਡਾ ਤੇਰਾ ਦੇਸ਼ ਵਿੱਚ ਰਾਜ ਸੀ ਉਹ ਤੂੰ ਛੱਡਿਆ। ਹੋ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਜੋ। ਤੈਂ ਬੜੇ ਚੰਗੇ ਰਤਨਾਂ ਜਾਂ ਕਹੀਏ ਹੋ ਜਨਮ ਸਵਾਰਿਓ ਰਤਨ, ਤੂੰ ਭਾਈ ਰਤਨ ਵਰਗਾ ਜਿਹੜਾ ਜਨਮ ਹੈ ਇਹਨੂੰ ਸਵਾਰ ਲਿਆ। ਤੈਂ ਤਿਆਗ ਜਗ ਲਾਜ ਜੋ। ਆ ਜਗਤ ਦੀ ਲਾਜ ਛੱਡ ਕੇ, ਭਾਵੇਂ ਦੁਨੀਆ ਬਹੁਤ ਕੁਝ ਕਹਿੰਦੀ ਲੈ ਐਡਾ ਰਾਜਾ ਸੀ, ਉਹਨੂੰ ਕੋਈ ਘਰੇ ਪ੍ਰੋ ਹੋਈ ਹੋ ਕੋਈ ਦਿੱਕਤ ਕੋਈ ਦੁੱਖ ਤਾਂ ਛੱਡਿਆ। ਜਗਤ ਲਾਜ ਹੁੰਦੀ ਹੈ। ਜੇ ਗੁਰਮੁਖੋ ਇਹ ਸਮਾਜ ਐਸਾ ਧਰਮ ਵਾਲੇ ਪਾਸੇ, ਜੇ ਤਾਂ ਕੋਈ ਗਰੀਬ ਬੰਦਾ ਧਰਮ ਵਾਲੇ ਪਾਸੇ ਆ ਜੇ, ਜਿਹੜੇ ਕੋਈ ਤਰਕੀ ਲੋਕ ਹੁੰਦੇ ਆ ਉਹ ਕਹਿੰਦੇ ਉਹਨੂੰ ਭੁੱਖਾ ਮਰਦਾ ਨਹੀਂ, ਹੁਣ ਕੁਛ ਮਿਲਦਾ ਇੱਧਰ ਨੂੰ ਹੁਣ ਤੁਰ ਪਿਆ। ਜੇ ਕਿਸੇ ਕੋਲੇ 4 ਪੈਸੇ ਹੈਗੇ ਆ ਉਹ ਧਰਮ ਵਾਲੇ ਪਾਸੇ ਨੂੰ ਨਾ ਕਹਿੰਦੇ ਲੈ ਹੁਣ ਇਕੱਠੇ ਕਰੀ ਗਿਆ ਪਾਪ ਕਰਕੇ ਹੁਣ ਧਰਮ ਕਮਾਉਂਦਾ ਫਿਰਦਾ। ਇਸ ਤਰ੍ਹਾਂ ਜਗਤ ਲਾਜ
ਤਰਕਾਂ ਕੁਤਰਕਾਂ ਨੂੰ ਛੱਡ ਕੇ ਹੀ ਇੱਧਰ ਨੂੰ ਤੁਰਨਾ ਪੈਂਦਾ ਹੈ। ਜਿਹੜੇ ਫਿਰ ਤਰਕਾਂ ਦਾ ਅਸਰ ਕਰ ਜਾਂਦੇ, ਇਹ ਤਰਕ ਤਾਂ ਦੁਨੀਆ ਦੀਆਂ ਹੁੱਜਾਂ ਨੇ, ਇਹ ਨਹੀਂ ਵੱਜਣੋਂ ਹਟਣੀਆਂ ਹਨ। ਇਹ ਤਾਂ ਫਿਰ ਹੁਣ ਕੋਈ ਹੈ ਬੱਚਾ ਇੱਧਰ ਨੂੰ ਆ ਜੇ ਤੇ ਉਹਦੇ ਨਾਲ ਦੇ ਮਿੱਤਰ ਦੋਸਤ ਹੈ, ਉਹ ਫਿਰ ਉਹਨੂੰ ਟੀਚਰਾਂ ਮਖੌਲ ਕਰੀ ਜਾਂਦੇ, ਲੈ ਹੁਣ ਦਾੜੀ ਰੱਖ ਲਈ, ਹੁਣ ਬਾਬਾ ਬਣ ਗਿਆ ਤੂੰ, ਹੁਣ ਆਹ ਕਰ ਲਿਆ ਤੂੰ। ਉਹ ਕਈ ਵੀ ਡੋਲ ਜਾਂਦੇ ਇਹੋ ਜਿਹੀਆਂ ਗੱਲਾਂ ਤੋਂ ਸੁਣ ਕੇ ਵੀ ਮੈਂ ਕਹਿੰਦੀ ਬੁਰਾਈ ਲੱਗਦਾ। ਤੇ ਫਿਰ ਉਹਨੂੰ ਪੁੱਛੇ, ਹੁਣ ਭਾਈ ਕਿਸੇ ਨੇ ਤੈਨੂੰ ਕੁਛ ਨਹੀਂ ਦੇਣਾ, ਇਹ ਤਾਂ ਤਰਕਾਂ ਕੁਤਰਕਾਂ ਹੈ। ਜਦੋਂ ਤੂੰ ਇੱਧਰੋਂ ਡੋਲ ਕੇ ਉੱਧਰ ਗਿਆ ਫਿਰ ਤਰਕਾਂ ਦੂਏ ਪਾਸੇ ਲੈ, ਹੁਣ ਛੱਡਤਾ, ਹੁਣ ਤੂੰ ਐਂ ਹੋ ਗਿਆ, ਹੁਣ ਕੀ ਬਣ ਗਿਆ। ਇਹ ਤਾਂ ਤਰਕ ਕੁਤਰਕ ਤਾਂ ਦੁਨੀਆ ਨੇ ਕਰੀ ਜਾਣੀ ਹੈ। ਇਹ ਜੇ ਤਾਂ ਪ੍ਰੇਮ ਹੈ, ਇਹ ਜਿਹੜਾ ਧਰਮ ਹੈ ਪ੍ਰੇਮ ਦੀ ਖੇਡ ਹੈ, ਇਹ ਕੋਈ ਧੰਦਾ ਨਹੀਂ ਹੈ। ਕਈਆਂ ਨੇ ਧੰਦੇ ਟੈਬ ਹੁੰਦਾ ਕਿ ਜਦੋਂ ਲੋੜ ਜੀ ਹੈ ਉਦੋਂ ਇੱਧਰ ਨੂੰ, ਜਦੋਂ ਦੇਖਿਆ ਹੁਣ ਸਰਦਾ ਫਿਰ ਛੱਡ ਦੋ ਪਰੇ। ਇਹਦਾ ਫਿਰ ਧੰਦਾ ਹੋ ਗਿਆ, ਇਹ ਕੋਈ ਪ੍ਰੇਮ ਨਹੀਂ। ਧਰਮ ਗੁਰਮੁਖੋ ਪ੍ਰੇਮ ਦੀ ਖੇਡ ਹੈ। ਜੇ ਤਾਂ ਪ੍ਰੇਮ ਹੈ ਫਿਰ ਇੱਧਰ ਜਿਹੜਾ ਟੈਕ ਸਕਦਾ, ਨਹੀਂ ਤਾਂ ਜਿਹਨੇ ਧੰਦਾ ਬਣਾਇਆ ਉਹ ਤਾਂ ਫਿਰ ਜਦੋਂ ਆਪਣਾ ਮਕਸਦ ਜਿਹਾ ਪੂਰਾ ਹੋ ਗਿਆ ਛੱਡਤਾ। ਜਦੋਂ ਕੋਈ ਮਕਸਦ ਸੀਗਾ ਇੱਧਰ ਨੂੰ ਲੱਗੇ ਰਹੇ। ਬਹੁਤ ਹੁੰਦਾ ਨਾ, ਬਹੁਤ ਸੇਵਾ ਕਰਦੇ, ਜਦੋਂ ਉਹ ਇੱਛਾ ਪੂਰੀ ਹੋ ਗਈ ਮੁੜ ਕੇ ਮੱਥਾ ਟੇਕਣ ਦਾ ਵੀ ਟਾਈਮ ਨਹੀਂ ਮਿਲਦਾ। ਇਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਭਾਈ ਸਿੱਖੀ ਕਈ ਤਰ੍ਹਾਂ ਦੀ ਹੈ ਨਾ। ਇੱਕ ਹੁੰਦੀ ਹੈ ਜਿਵੇਂ ਦੇਖਾ ਦੇਖੀ, ਇੱਕ ਧੰਦੇ ਦੀ, ਇੱਕ ਹਿਰਸ ਦੀ, ਤੇ ਕੋਈ ਵਿਰਲਾ ਹੈ ਪ੍ਰੇਮ ਦੀ ਸਿੱਖੀ ਦਾ। ਦੇਖਾ ਦੇਖੀ ਵਾਲਾ ਫਲਾਣਾ ਹੋ ਗਿਆ ਮੈਂ ਵੀ ਐਂ ਕਰ ਲੈਣਾ, ਦੇਖਾ ਦੇਖੀ ਹੁੰਦੀ ਹੈ। ਧੰਦਾ ਟਾਈਪ ਹੋ ਗਈ, ਇੱਕ ਹਿਰਸ ਹੁੰਦਾ। ਉਹ ਸਾਰੀਆਂ ਜਿਵੇਂ ਹਿਰਸ ਹੁੰਦੀ ਹੈ ਵੀ ਇੱਕ ਨੇ ਉਵੇਂ ਕੀਤਾ ਦੂਜਾ ਵੀ, ਉਹ ਹਿਰਸ ਦੀ ਜਿਹੜੀ ਹੈ ਸਿੱਖੀ। ਲੇਕਿਨ ਜਿਹੜੀ ਗੁਰਮੁਖੋ ਪ੍ਰੇਮ ਦੀ ਸਿੱਖੀ ਹੈ, ਇਹ ਮਹਾਰਾਜ ਦੇ ਦਰ ਤੇ ਪ੍ਰਵਾਨ ਹੈ, ਪ੍ਰੇਮ ਭਾਵਨਾ ਦੀ। ਕਈ ਵਾਰ ਹੁੰਦਾ ਨਾ ਹਿਰਸ ਸਿੱਖੀ ਕੀ ਹੁੰਦੀ ਹੈ, ਇੱਕ ਨੇ ਜੇ ਕੋ ਕੀਤਾ ਦੂਜਾ ਨੇ ਮੈਂ ਵੀ ਐਂ ਕਰੂੰ, ਤੀਜੇ ਨੇ ਦੇਖਿਆ ਮੈਂ, ਉਹ ਹਿਰਸ ਨਹੀਂ। ਗੁਰੂ ਮਹਾਰਾਜ ਦੇ ਦਰ ਤੇ ਪ੍ਰੇਮ ਸਿੱਖੀ ਧਾਰੋ। ਮਹਾਰਾਜ ਨੇ ਗੁਰਮੁਖੋ ਪ੍ਰੇਮ ਭਾਵਨਾ ਦੇਖਣੀ ਹੈ, ਇੱਥੇ ਕੋਈ ਇਹ ਹੋਰ ਨਹੀਂ ਕੁਛ ਦੇਖਣਾ ਹੈ। ਪ੍ਰੇਮ ਹੈ ਤਾਂ ਗੁਰੂ ਮਹਾਰਾਜ ਦੇ ਦਰ ਤੇ ਨਮਸਕਾਰ ਕਰਕੇ ਸਾਤਸੰਗ ਕਰਨੀ, ਤੇ ਜੇ ਪ੍ਰੇਮ ਨਹੀਂ ਫਿਰ ਮਹਾਰਾਜ ਕਹਿਣ ਲੱਗੇ ਭਾਈ ਬਾਕੀ ਤਾਂ ਫਿਰ ਵਿਵਹਾਰੀ ਨੇ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਕਿਰਪਾ ਕੀਤੀ। ਮਹਾਰਾਜ ਕਹਿਣ ਲੱਗੇ ਕਿ ਭਰਥਰੀ ਜੋਗੀ ਤੂੰ ਚੰਦ ਬਦਨ ਤ੍ਰੀਏ ਤਜੀ ਦੇਸ਼ ਪੁਨ ਰਾਜ, ਜੋ ਹੋ ਜਨਮ ਸਵਾਰਿਓ ਰਤਨ ਤਿਆਗ ਜਗ ਲਾਜ ਜੋ। ਤੈਂ ਜਗਤ ਦੀ ਲਾਜ ਛੱਡ ਕੇ ਮਨੁੱਖਾ ਜਨਮ, ਜਿਹੜਾ ਰਤਨਵਤ ਬੇਸ਼ਕੀਮਤੀ ਹੈ, ਇਸ ਨੂੰ ਸਵਾਰਿਆ ਹੈ। ਪ੍ਰਥਮ ਮੇਰ ਪਰ ਆਪ ਜਾਏ ਸੁਧ ਦੀਜੀਏ। ਕੋਈ ਨਹੀਂ ਭਾਈ ਭਰਥਰੀ ਜੋਗੀ, ਚੱਲ ਪਹਿਲਾਂ ਤੂੰ ਜਾ ਕੇ ਸਮੇਰ ਪਰਬਤ ਤੇ ਖਬਰ ਦੇ ਦੇ। ਹਮਰੀ ਸਿੱਧਨ ਸਰਬ ਨਮੋ ਆਖੀਜੀਏ। ਸਾਡੇ ਵੱਲੋਂ ਸਾਰੇ ਸਿੱਧਾਂ ਨੂੰ ਨਮੋ ਆਖੀ, ਨਮਸਕਾਰ ਕਹੀ। ਆਵਤ ਹੈ ਪਛਾਤ ਨ ਬਿਲਮ ਲਗਾਵਹੀ। ਅਸੀਂ ਤੇਰੇ ਪਿੱਛੇ ਆਉਨੇ ਆ, ਕੋਈ ਗੱਲ ਨਹੀਂ, ਅਸੀਂ ਦੇਰ ਨਹੀਂ ਲਾਵਾਂਗੇ। ਹੋ ਦਰਸ਼ਨ ਪਰਸਨ ਕਰੈ ਭਲੇ ਮਨ ਭਾਵਹੀ। ਮਹਾਰਾਜ ਕਹਿੰਦੇ ਕੋਈ ਨਹੀਂ, ਆ ਕੇ ਭਾਈ ਭਲੀ ਪ੍ਰਕਾਰ ਮਨ ਭਾਉਂਦੇ ਦਰਸ਼ਨ ਪਰਸਨ ਕਰਦੇ ਹਾਂ। ਸੁਨ ਤਬ ਭਰਥਰ ਗਇਓ ਹਿਰਦੈ ਹਰ ਖਾਏ ਕੈ। ਭਰਥਰੀ ਦਿਖੀ ਸੁਣ ਕੇ ਹਿਰਦੇ ਵਿੱਚ ਖੁਸ਼ ਹੋ ਕੇ ਗਿਆ ਹੈ। ਸਭ ਕੋ ਕਹੀ ਆਦੇਸ਼ ਰੁਚਰ ਗੁਣ ਗਾਏ ਕੈ। ਸੋਹਣੇ ਸੁੰਦਰ ਮਹਾਰਾਜ ਦੇ ਗੁਣ ਗਾਉਂਦਾ ਤੇ ਜਾ ਕੇ ਸਾਰਿਆਂ ਨੂੰ ਆਦੇਸ਼ ਕਿਹਾ ਵੀ ਮਹਾਰਾਜ ਨੇ ਕਿਹਾ ਸਾਰੇ ਸਿੱਧਾਂ ਨੂੰ ਸਾਡੇ ਵੱਲੋਂ ਨਮਸਕਾਰ ਹੈ, ਅਸੀਂ ਆਉਨੇ ਹਾਂ। ਆਵਤ ਮਮ ਪਛਾਤ ਕਹਿਤ ਨਹਿ ਦੇਰ ਕੋ। ਉਹ ਕਹਿੰਦੇ ਵੀ ਅਸੀਂ ਮੇਰੇ ਪਿੱਛੇ ਹੀ ਆਉਂਦੇ ਆ, ਦੇਰ ਨਹੀਂ ਲਾਉਣਗੇ। ਹੋ ਜਿਨਹਿ ਬਿਲੋਕਤ ਚਾਹੇ ਜੋ ਸਿਖਰ ਸਮੇਰ ਕੋ। ਜਿਨ੍ਹਾਂ ਨੂੰ ਦਰਸ਼ਨ ਕਰਨਾ ਦੇਖਣਾ ਚਾਹੁੰਦੇ ਹੋ, ਜੋ ਸਾਰੇ ਸਮੇਰ ਦੇ ਵੀ ਸਿਖਰ ਭਾਵ ਸਭ ਤੋਂ ਮਹਾਨ ਹਨ। ਕਬਿਤ ਨਾਨਾ ਭਾਤ ਆਪਸ ਮੈਂ ਕਰਤ ਵਿਚਾਰ ਸਿੱਧ।
ਸਿੱਧ ਲੋਕ ਆਪਸ ਵਿੱਚ ਕਈ ਤਰ੍ਹਾਂ ਦੀਆਂ ਵਿਚਾਰਾਂ ਕਰਦੇ ਹਨ। ਇਤੈ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਇਧਰ ਭਾਈ ਮਰਦਾਨਾ ਮੁਖੋਂ ਮਹਾਰਾਜ ਨਾਲ ਬੇਨਤੀ ਬਚਨ ਕਹਿੰਦਾ ਹੈ। ਸ੍ਰੀ ਪ੍ਰਭੂ ਮੁਕੰਦ ਦੁਖ ਧੁੰਦ ਕੇ ਨਿਕੰਦ। ਇਹ ਸ੍ਰੀ ਪਰਮੇਸ਼ਰ ਰੂਪ ਸਤਿਗੁਰੂ ਮੁਕਤੀ ਦਾਤੇ, ਦੁੱਖਾਂ ਤੇ ਪਾਪਾਂ ਨੂੰ ਕੱਟਣ ਵਾਲੇ। ਆਪ ਦੇਖੀਏ ਸੁਮੇਰ ਜਹਾਂ ਗੋਰਖ ਰਹਿਤ ਹੈ। ਮਹਾਰਾਜ ਚਲੋ ਹੁਣ ਆਪਾਂ ਸੁਮੇਰ ਪਰਬਤ ਦੇਖੀਏ, ਜਿੱਥੇ ਗੋਰਖ ਵਰਗੇ ਮਹਾਰਾਜ ਜੀ ਰਹਿੰਦੇ ਹਨ। ਬੇਦੀ ਬੰਸ ਤਾਲ ਕੇ ਕਮਲ ਸੁਨੇ ਬੋਲੇ ਤਬੈ। ਤਾਂ ਗੁਰਮੁਖੋ ਬੇਦੀ ਬੰਸ ਰੂਪੀ ਤਾਲ, ਸਰੋਵਰ ਦੇ ਵਿੱਚ ਜਿਵੇਂ ਕਮਲ ਹੁੰਦਾ ਹੈ, ਉਹ ਬੇਦੀ ਬੰਸ ਦੇ ਸਰੋਵਰ ਰੂਪੀ ਦੇ ਵਿੱਚ ਮਹਾਰਾਜ ਕਮਲ ਰੂਪ ਹਨ। ਸੁਨੇ ਬੋਲੇ ਤਬੈ, ਸੁਣ ਕੇ ਕਹਿਣ ਲੱਗੇ, ਚਲੋ ਮਰਦਾਨਾ ਦੇਖ ਦੇਖਿਓ ਜੋ ਚਾਹਤ ਹੈ। ਚੱਲ ਫਿਰ ਮਰਦਾਨਿਆ, ਜੋ ਤੂੰ ਦੇਖਣਾ ਚਾਹੁੰਦਾ ਹੈ। ਐਸੇ ਕਹਿ ਗਏ ਹੈ ਸੁਮੇਰ ਪਰ ਤਾਤਕਾਲ। ਇਉਂ ਕਹਿ ਕੇ ਮਹਾਰਾਜ ਸੁਮੇਰ ਪਰਬਤ ਪਰ ਤੁਰੰਤ ਪਹੁੰਚੇ, ਜਹਾਂ ਸਿੱਧੋਂ ਸੰਗ ਨਾਥ ਗੋਰਖ ਬਸਿਤ ਹੈ। ਜਿੱਥੇ ਭਾਈ ਸਿੱਧਾਂ ਸਮੇਤ ਗੋਰਖਨਾਥ ਬਸ ਰਿਹਾ ਹੈ। ਕਰੈ ਨਿਜ ਗਿਆਨ ਕੋ ਬਖਾਨ ਜਹ ਥਾਨ ਬੈਸੇ। ਤੇ ਉਹ ਨਿਜ ਗਿਆਨ ਨੂੰ ਉੱਥੇ ਆਪਣੀ ਜਗ੍ਹਾ ਬੈਠ ਕੇ, ਕਿਉਂਕਿ ਗੋਰਖ ਸਾਰਿਆਂ ਦਾ ਜਿਹੜਾ ਮੁਖੀ ਸੀ, ਤੇ ਇਹਦਾ ਅੱਗੇ ਮੁਖੀ ਸੀ ਮਛੰਦਰਨਾਥ। ਮਛੰਦਰਨਾਥ ਗੁਰੂ ਸੀ ਗੋਰਖਨਾਥ ਦਾ, ਤੇ ਗੋਰਖ ਅੱਗੇ ਸਾਰਿਆਂ ਦਾ ਗੁਰੂ ਸੀਗਾ। ਇਸ ਕਰਕੇ ਜਿੰਨੇ ਵੀ ਤੁਸੀਂ ਦੇਖੋ, ਜਿਹੜੇ ਸਿੱਧ ਜੋਗੀ ਵੀ ਆ ਜਿੰਨੇ, ਇਹ ਗੋਰਖ ਨੂੰ ਹੀ ਫਿਰ ਕਹਿੰਦੇ ਨੇ, ਗੁਰੂ ਗੋਰਖ ਇਉਂ ਨਾਂ ਲੈਂਦੇ ਹਨ। ਜਿੱਥੇ ਭਾਈ ਗੁਰੂ ਗੋਰਖ ਉਹਨਾਂ ਦਾ ਸਿੱਧਾਂ ਦਾ ਬੈਠਾ ਗਿਆਨ ਦੇ ਰਿਹਾ ਹੈ। ਨਾਨਕ ਜੀ ਸਤ ਕਰਤਾਰ ਜਾ ਉਚਾਰਿਆ। ਗੁਰੂ ਨਾਨਕ ਦੇ ਪਾਤਸ਼ਾਹ ਪਹੁੰਚੇ ਤੇ ਸਤ ਕਰਤਾਰ ਕਿਹਾ। ਗੋਰਖ ਕਹਿਤ ਆਦੇਸ਼ ਹੋ ਆਦੇਸ਼ ਤਪਾ। ਤੇ ਅੱਗੇ ਗੋਰਖ, ਕਿਉਂਕਿ ਜੋਗੀ ਜਿਵੇਂ ਆਪਾਂ ਨਮਸਕਾਰ ਕਹਿੰਦੇ ਆ, ਸਿੱਖ ਫਤਿਹ ਬੁਲਾਉਂਦੇ ਆ, ਗੋਰਖ ਜਿਹੜੇ ਜੋਗੀ ਆਦੇਸ਼ ਕਹਿੰਦੇ। ਉਹ ਕਹਿੰਦੇ, ਹੇ ਤਪਾ ਨਾਨਕ ਜੀ, ਤੁਹਾਨੂੰ ਆਦੇਸ਼ ਹੋਵੇ। ਆਓ ਬੈਠ ਮੇਰੇ ਢਿਗ ਅਤ ਸਤਕਾਰਿਆ। ਉੱਠ ਕੇ ਗੋਰਖਨਾਥ ਨੇ ਬੜਾ ਸਤਕਾਰ ਕੀਤਾ ਤੇ ਮਹਾਰਾਜ ਨੂੰ ਕਿਹਾ, ਉਹ ਇੱਥੇ ਮੇਰੇ ਕੋਲ ਬੈਠੋ ਜੀ। ਮਨ ਮੈਂ ਵਿਚਾਰੈ ਮਤ ਹਮਰੋ ਜੇ ਧਾਰੈ ਇਹ। ਤੇ ਮਨ ਚ ਵਿਚਾਰਦਾ ਕਿ ਜੇ ਕਿਤੇ ਸਾਡਾ ਮਤ ਜੋਗੀਆਂ ਵਾਲਾ ਧਾਰਨ ਕਰ ਲੈਣ। ਜਗਤ ਬਿਥਾਰੈ ਜਸ ਭੂਰ ਹੀ ਪੁਜਾਰਿਆ। ਤਾਂ ਸਾਡਾ ਮਤ ਸਾਰੇ ਜਗਤ ਵਿੱਚ ਵਿਸਥਾਰ ਕਰ ਦੇਣਗੇ, ਬਹੁਤ ਜ਼ਿਆਦਾ ਪੂਜਾ ਹੋਵੇਗੀ। ਭਰਥਰੀ ਸੋ ਬੋਲਿਓ ਤਬ ਲਿਆਓ ਪਿਆਲਾ ਜਾਏ ਆਬ। ਭਰਥਰੀ ਨੂੰ ਕਿਹਾ ਗੋਰਖਨਾਥ ਨੇ ਵੀ ਜਾਓ, ਐਉਂ ਕਰੋ, ਗੁਰੂ ਨਾਨਕ ਦੇ ਮਹਾਰਾਜ ਨੂੰ, ਨਾਨਕ ਤਪਾ ਜੀ ਨੂੰ ਪਿਆਲਾ ਲਿਆਓ, ਛਕਾਓ ਭਰ ਕੇ। ਨਾਨਕ ਕੋ ਦੇਵੋ ਲੇਵ ਲਾਗੈ ਮਤ ਵਾਰਿਆ। ਜਿਹੜਾ ਮਦਰਾ ਦਾ ਪਿਆਲਾ ਹੈ, ਛਕਾਓ ਮਹਾਰਾਜ ਨੂੰ, ਨਾਨਕ ਤਪਾ ਜੀ ਨੂੰ, ਜਿਹਦੇ ਨਾਲ ਮਤ ਵਾਰਿਆ, ਮਤ ਵਿੱਚ ਲਿਵ ਲੱਗ ਜੂਗੀ। ਆਨਿਓ ਤਬ ਧਾਏ ਗੁਰੂ ਅਗਰਜ ਬਨਾਏ। ਤੇ ਉਹ ਜਿਹੜਾ ਹੈ ਭਰਥਰੀ ਜੋਗੀ ਭੱਜ ਕੇ ਗਿਆ, ਪਿਆਲਾ ਲਿਆਂਦਾ, ਗੁਰੂ ਸਾਹਿਬ ਦੇ ਅੱਗੇ ਲਿਆ ਕੇ ਬਣਾ ਕੇ ਰੱਖਿਆ। ਰਾਖਿਓ ਜੈ ਮਤ ਵਾਲਾ ਤਪਾ ਜਾਂ ਕੋ ਅਬ ਪੀਜੀਏ। ਇਉਂ ਰਾਖਿਆ ਤੇ ਕਿਹਾ, ਹੇ ਤਪਾ ਜੀ, ਇਹਨੂੰ ਛਕ ਲਓ, ਮਤਵਾਲੇ ਹੋ ਜਾਓਗੇ, ਪੀ ਲਓ ਹੁਣ। ਸ੍ਰੀ ਗੁਰ ਬਖਾਨੀ ਦੁਰਗੰਧ ਕਿਉਂ ਹੈ ਪਾਨੀ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ, ਹੈ ਭਰਥਰੀ ਜਾਂ ਗੋਰਖ ਨੂੰ ਕਿਹਾ, ਇਹ ਜਿਹੜਾ ਪਾਣੀ ਹੈ ਇਹਦੇ ਚ ਦੁਰਗੰਧੀ ਜੀ ਕਿਉਂ ਆਉਂਦੀ ਹੈ। ਜਹ ਗੋਰਖ ਕਹਿਤ ਪੀਵੋ ਮਦ ਕੋ ਲਖੀਜੀਏ। ਗੋਰਖ ਕਹਿਣ ਲੱਗਿਆ, ਜੀ ਇਹ ਮਦਰਾ ਹੈ, ਕਿਰਪਾ ਕਰੋ ਇਸ ਨੂੰ ਤੁਸੀਂ ਪੀ ਲਓ ਤੇ ਫਿਰ ਜਾਣੋਗੇ।
ਸੀਸ ਹੂੰ ਤੇ ਕਾਲ ਟਰੈ, ਤੀਨੋਂ ਤਾਪ ਨਾਸ਼ ਕਰੈ। ਜਿਹੜੇ ਪੀਣ ਵਾਲੇ ਉਹਨਾਂ ਨੂੰ ਪੁੱਛੋ, ਉਹ ਆਪਦੀਆਂ ਦਲੀਲਾਂ ਦਿੰਦੇ ਆ। ਇਹ ਗੋਰਖ ਹੋਣੇ ਜੋਗੀ ਪੀਂਦੇ ਹੁੰਦੇ ਸੀ। ਕਹਿੰਦਾ ਸਿਰ ਤੋਂ ਕਾਲ ਟਰ ਜਾਂਦਾ, ਮੌਤ ਨਹੀਂ ਚੇਤੇ ਰਹਿੰਦੀ ਪੀਣੀ, ਤਿੰਨੋਂ ਤਾਪ ਨਾਸ਼ ਕਰ ਦਿੰਦਾ ਹੈ। ਭੂਖ ਪਿਆਸ ਦੋ ਹਰੈ, ਚੌਥੇ ਪਦ ਭੀਜੀਏ। ਇਹ ਭੁੱਖ ਤੇ ਪਿਆਸ ਦੋਵੇਂ ਖਤਮ ਕਰ ਦਿੰਦਾ ਤੇ ਚੌਥੇ ਪਦ ਵਿੱਚ ਬੰਦਾ ਭਿੱਜ ਜਾਂਦਾ ਹੈ। ਮਹਾਰਾਜ ਨੂੰ ਕਹਿੰਦਾ ਜੇ ਛਕ ਲਓ। ਬਿਸਰੈ ਜੋ ਮੇਰੀ ਤੇਰੀ ਰਿੱਧ ਸਿੱਧ ਹੋਏ ਚੇਰੀ। ਆ ਜਿੰਨੀਆਂ ਮੇਰ ਤੇਰ ਜੀਆਂ ਬਿਸਰ ਜਾਂਦੀਆਂ, ਰਿੱਧੀਆਂ ਸਿੱਧੀਆਂ ਦਾਸੀਆਂ ਬਣ ਜਾਂਦੀਆਂ। ਸੁਣੀਏ ਕਨੇਰੀ ਧੁਨ ਅਮਰ ਹਵੀਜੀਏ। ਤੇ ਇਉਂ ਫਿਰ ਧੁਨ ਜਿਹੜੀ ਹੈ ਬਹੁਤ ਡੂੰਘੀ ਧੁਨ ਸੁਣਦੀ ਹੈ ਅੰਦਰੋਂ, ਤੇ ਮੁਕਤੀ ਹੋ ਜਾਂਦੀ ਹੈ, ਅਮਰ ਹੋ ਜਾਂਦਾ ਹੈ ਬੰਦਾ ਪੀ ਕਰਕੇ। ਸਵਈਆ ਸ੍ਰੀ ਗੁਰ ਬੂਜਤ ਕੌਣ ਵਿਧੀ ਤੁਮ। ਮਹਾਰਾਜ ਕਹਿੰਦੇ ਵੀ ਜਿਹੜੀ ਮਦਰਾ ਹੈ ਗੋਰਖਨਾਥ, ਇਹ ਕਿਹੜੀ ਵਿਧੀ ਦੇ ਨਾਲ ਤੁਸੀਂ ਕਾਢਤ ਹੋ ਮਦ ਦੇ ਹੋ ਬਤਾਈ। ਇਹ ਮਦਰਾ ਕਿਵੇਂ ਕੱਢਦੇ ਹੋ, ਫਿਰ ਦੱਸੋ ਸਾਰੀ ਗੱਲ। ਝੰਗਰ ਭਾਖੈ ਕਰੀ ਭਠਿਆ ਛਿਤ। ਤੇ ਝੰਗਰਨਾਥ ਬੈਠਾ ਉਹ ਕਹਿੰਦਾ ਜੀ ਮੈਂ ਦੱਸਦਾ, ਇੱਕ ਭੱਠੀ ਬਣਾਉਣੀ ਪੈਂਦੀ ਹੈ। ਲਾਹਣ ਕੋ ਕਰਕੇ ਕਸ ਪਾਈ। ਤੇ ਫਿਰ ਲਾਹਣ ਪਾਉਣਾ ਪੈਂਦਾ ਤੇ ਉਹਦੇ ਵਿੱਚ ਕਸ। ਇਹ ਅਸੀਂ ਉਹ ਛੇਤੀ ਉੱਠ ਖੜੇ ਇੱਕ ਕਿੱਕਰ ਦਾ ਸੱਕ ਪਾ ਦਿੰਦੇ ਹਾਂ। ਪਾਵਕ ਜਾਰ ਕੈ ਲਾਏ ਨਲੀ ਘਟ। ਉਹ ਘੜੇ ਜਿਹਦੇ ਵਿੱਚ ਨਾਲੀ ਲਾ ਦਿੰਦੇ ਆ, ਥੱਲੇ ਅੱਗ ਬਾਲ ਦਿੰਦੇ ਹਾਂ। ਸੋ ਮਦ ਕੀ ਸੁਭ ਧਾਰ ਚੁਬਾਈ। ਪਾਵਕ ਜਾਰ ਕੈ ਲਾਏ ਨਲੀ ਘਟ ਮੋ। ਹਿਰਦੇ ਜਿਹੜਾ ਘੜੇ ਵਿੱਚ ਕਹਿੰਦੇ ਅੱਗ ਜਾਲ ਕੇ ਤੇ ਉਹ ਭੱਠੀ ਦੇ ਵਿੱਚ ਤੇ ਉਹਦੇ ਵਿੱਚ ਇੱਕ ਨਾਲੀ ਲਾ ਦਿੰਦੇ ਆ। ਮਦ ਕੀ ਸੁਭ ਧਾਰ ਚੁਬਾਈ। ਤੇ ਉਹਦੇ ਵਿੱਚੋਂ ਬਹੁਤ ਚੰਗੀ ਫਿਰ ਮਦ ਸ਼ਰਾਬ ਦੀ ਧਾਰ ਜਿਹੜੀ ਹੈ ਉਹ ਚੋਂਦੀ ਹੈ। ਪੀਵਤ ਹੀ ਦੁੱਖ ਸੁਖ ਸਮਾਨ। ਇਉਂ ਫਿਰ ਜਿਹੜਾ ਜਦੋਂ ਪੀਨੇ ਆ ਨਾ, ਜਿੰਨੇ ਵੀ ਹੈ ਦੁੱਖ ਸੁੱਖ ਸਭ ਬਰਾਬਰ ਹੀ ਹੋ ਜਾਂਦੇ ਆ। ਲੱਗੀ ਲਿਵ ਜੋ ਕਬ ਢੋਲ ਨਾ ਜਾਈ। ਕਹਿੰਦੇ ਮਹਾਰਾਜ ਵੀ ਲਿਵ ਲੱਗ ਜਾਂਦੀ ਹੈ, ਫਿਰ ਜਿਹੜਾ ਬੰਦਾ ਹੈ ਨਾ ਉਹ ਕਦੇ ਡੋਲਦਾ ਨਹੀਂ ਹੈ। ਆਪੋ ਆਪਣੀਆਂ ਦਲੀਲਾਂ ਹੁੰਦੀਆਂ, ਜੋ ਵਰਤਦੇ ਸੀ ਉਹਨਾਂ ਨੇ ਆਪ ਦੀ ਦਲੀਲ ਦਿੱਤੀ। ਕਹਿੰਦੇ ਮਹਾਰਾਜ ਵੀ ਐਸੀ ਲਿਵ ਲੱਗਦੀ ਹੈ, ਫਿਰ ਬੰਦਾ ਡੋਲਦਾ ਨਹੀਂ ਹੈ। ਤੇ ਗੁਰੂ ਪਾਤਸ਼ਾਹ ਮਹਾਰਾਜ ਨੂੰ ਸਾਰੀਆਂ ਦਲੀਲਾਂ ਉਹਨੇ ਸਾਰੀ ਜੋ ਮਹਾਰਾਜ ਨੂੰ ਦੱਸਿਆ। ਮਹਾਰਾਜ ਇਉਂ ਕਰਕੇ ਜਿਹੜਾ ਹੈ ਅਸੀਂ ਭੱਠੀ ਬਣਾਉਨੇ ਆ, ਸਾਰਾ ਕੁਝ ਜਿੰਨਾ ਵੀ ਹੈ ਇਹਦੇ ਵਿੱਚ ਸੱਕ ਸੁੱਕ ਜੋ ਆਪੋ ਆਪਣੀ ਜਿੰਨੀ ਵੀ ਇਹ ਰੀਤੀ ਜੀ ਉਹਨਾਂ ਦੀ ਸੀਗੀ, ਉਹਦੇ ਮੁਤਾਬਕ ਉਹ ਸਾਰੀ ਗੱਲ ਦੱਸ ਦਿੱਤੀ। ਦੋਹਰਾ ਕਮਲ ਬਦਨ ਸਭ ਦੁੱਖ ਸਦਨ। ਸੁਨ ਕਰ ਤਿਨ ਅਸ ਬੈਨ। ਕਮਲ ਮੁਖ ਵਾਲੇ ਸਤਿਗੁਰੂ ਜੀ ਸਾਰੇ ਦੁੱਖਾਂ ਦਾ ਸਦਨ ਕਿਹਾ ਇੱਥੇ ਲਿਖਿਆ, ਪਰ ਜਾਂ ਤਾਂ ਸੁੱਖ ਸਦਨ ਹੈ ਜਾਂ ਫਿਰ ਦੁੱਖ ਕਦਨ ਹੈ। ਜਾਂ ਸਦਨ ਦੀ ਜਗ੍ਹਾ ਤੇ ਕਦਨ ਸਹੀ ਹੈ, ਜਾਂ ਦੁੱਖ ਦੀ ਜਗ੍ਹਾ ਤੇ ਸੁੱਖ। ਇਹ ਕਹਿ ਸਕਦੇ ਆ ਹਾਂ ਸਭ ਸੁੱਖ ਸਦਨ, ਸਾਰੇ ਸੁੱਖਾਂ ਦਾ ਘਰ। ਸੁਣ ਕਰ ਤਿੰਨ ਅਸ ਬੈਨ। ਇਸ ਤਰ੍ਹਾਂ ਦੇ ਉਹਨਾਂ ਦੇ ਬੋਲ ਸੁਣ ਕੇ ਬੋਲੇ ਮਦ ਕੀ ਜੁਗਤ ਸੋ ਜੋ ਦਾਸਨ ਗਤ ਦੈਨ। ਮਹਾਰਾਜ ਕਹਿੰਦੇ ਵੀ ਅਸੀਂ ਤਾਂ ਫਿਰ ਛਕੀ ਹੋਈ ਹੈ ਇਹ, ਤੁਸੀਂ ਕਿਵੇਂ ਪੀ ਲਈ? ਤਾਂ ਕਹਿੰਦੇ ਹਮੇਸ਼ਾ ਹੀ ਪੀਨੇ ਆ ਇਹ। ਫਿਰ ਉਹ ਸਾਰੀ ਅਸਲ ਅੰਤਰੀਬ ਮਦ ਜਿਹੜਾ ਅੰਮ੍ਰਿਤ ਮਦ ਹੈ, ਭਾਵ ਵੀ ਅੰਦਰ ਵੀ ਹੈ, ਉਹਦੀ ਜੁਗਤੀ ਦੱਸੀ ਜੋ ਭਾਈ ਆਪਣੇ ਸੇਵਕਾਂ ਨੂੰ ਮੁਕਤੀ ਦੇਣ ਵਾਲੀ ਹੈ। ਸ੍ਰੀ ਮੁਖ ਵਾਕ ਆਸਾ ਮਹੱਲਾ ਪਹਿਲਾ। ਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਫਿਰ ਭਰਤਰੀ ਜੋਗੀ ਨੂੰ ਉਪਦੇਸ਼ ਦਿੰਦੇ ਆ ਆਸਾ ਰਾਗ ਦੇ ਵਿੱਚ। ਇਹ ਭਰਤਰੀ ਜਿਹੜਾ ਹੈ
ਕਹਿੰਦਾ ਮਹਾਰਾਜ ਸਹਿਜਯੋਗ ਬਾਰੇ ਤਾਂ ਦੱਸਤਾ, ਕਿਰਪਾ ਕਰੋ ਜਿਹੜਾ ਸ਼ਰਾਬ ਦਾ ਪਿਆਲਾ ਪੀ ਕੇ ਇਸੀ ਮਸਤੀ 'ਚ ਲਿਵ ਜੋੜਦੇ ਆ ਤੇ ਤੁਸੀਂ ਵੀ ਪੀ ਲਓ। ਮਹਾਰਾਜ ਕਹਿੰਦੇ ਭਾਈ ਇਹ ਨਖਿੱਧ ਵਸਤੂ ਹੈ, ਇਉਂ ਫਿਰ ਇਹਦੇ ਨਾਲ ਤਾਂ ਵਕਤੀ ਹੈ ਕੁਝ ਸਮਾਂ, ਧਰਮੀ ਪੁਰਸ਼ਾਂ ਦੇ ਪੀਣ ਵਾਲੀ ਵਸਤੂ ਨਹੀਂ। ਅਸੀਂ ਗਿਆਨ ਦੀ ਸ਼ਰਾਬ ਪੀਂਦੇ ਆ, ਪਿਆਉਂਦੇ ਆ। ਮਹਾਰਾਜ ਉਹ ਕਿਵੇਂ ਕੱਢੀ ਜਾਂਦੀ ਹੈ? ਸਤਿਗੁਰੂ ਜੀ ਹੁਣ ਭਰਥਰੀ ਜੋਗੀ ਦੇ ਪ੍ਰਥਾਏ ਹੋ ਕੇ ਸਾਰਿਆਂ ਨੂੰ ਉਪਦੇਸ਼ ਦਿੰਦੇ ਆ। ਮਹਾਰਾਜ ਬਚਨ ਕਰਦੇ ਹਨ ਆਸਾ ਰਾਗ ਵਿੱਚ, ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਮਹਾਰਾਜ ਕਹਿੰਦੇ ਜੋਗੀ ਗੁੜ ਕਰ ਗਿਆਨ, ਜੋ ਸਤਿਗੁਰੂ ਗਿਆਨ ਉਪਦੇਸ਼ ਦਿੰਦਾ ਨਾ ਬੋਧ, ਇਹ ਸਮਝੋ ਗੁੜ ਹੈ, ਇਹ ਗੁੜ ਪਾ ਲਓ। ਧਿਆਨ ਕਰ ਧਾਵੈ, ਤੇ ਧਿਆਨ ਪਰਮੇਸ਼ਰ ਦਾ ਚਿੰਤਨ ਸੁਰਤੀ ਕਰਕੇ, ਇਹ ਹੈਗਾ ਧਾਵਾ ਮਹੂਆ। ਇੱਕ ਫੁੱਲ ਨੇ ਮਹੂਏ ਦੇ, ਉਹਨਾਂ ਦਾ ਇੱਕ ਰਸ ਹੁੰਦਾ, ਉਹ 'ਚ ਨਸ਼ਾ ਹੁੰਦਾ। ਇਉਂ ਜਾਣੋ ਵੀ ਉਹ ਸ਼ਰਾਬ ਵਿੱਚ ਪਾਉਣ ਵਾਲਿਆਂ ਲਈ ਮਸਾਲਾ ਹੈ। ਮਹਾਰਾਜ ਜੀ ਕਹਿੰਦੇ ਇਹ ਪਾਲਾ ਧਿਆਨ ਕਰ ਧਾਵੈ, ਕਰ ਕਰਨੀ ਕਸ ਪਾਈਐ। ਕਸ ਨਾਮ ਕਸੀਦਨ ਕਹਿੰਦੇ ਆ, ਕਿੱਕਰ ਇਤਿਆਦਿਕ ਦਰਖਤਾਂ ਦੀ ਛਿੱਲ ਖਿੱਚ ਕੇ ਲਾਹ ਕੇ ਉਹ ਪਾ ਦਿੰਦੇ ਸੀ। ਇਹ ਭਗਤੀ ਰੂਪੀ ਕਰਨੀ ਹੈ ਨਾ ਜਿਹੜੀ ਜੀਵਨ ਦੀ, ਇਹ ਮਹਾਰਾਜ ਕਹਿੰਦੇ ਕਸ ਛਿੱਲ ਪਾਉਣੀ ਹੈ। ਪਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅੰਮਿਓ ਚੁਆਈਐ। ਇਹ ਮਹਾਰਾਜ ਕਹਿੰਦੇ ਪਾਠੀ ਭਵਨ, ਆ ਜਿੰਨਾ ਭਵਨ ਜਿਹੜਾ ਜਗਤ ਹੈ ਇਹਨੂੰ ਜਾਣ ਲਓ ਕਿ ਅਸਤ ਵਸਤੂ ਹੈ, ਮਿਥਿਆ ਨਾਸ਼ਵੰਤ। ਇਹ ਜਾਣਨ ਰੂਪੀ ਭੱਠੀ ਬਣਾ ਲਓ। ਇਹ ਭੱਠੀ ਕਰਕੇ ਪ੍ਰੇਮ ਕਾ ਪੋਚਾ, ਫਿਰ ਇਹ ਕਿਉਂਕਿ ਸਾਰੇ ਜੀਵਾਂ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ, ਇਸ ਤਰ੍ਹਾਂ ਇਸ ਪ੍ਰੇਮ ਦਾ ਪੋਚਾ ਲਾ ਦੇ, ਲੇਪਣ ਕਰਦੇ। ਜਾਂ ਪੋਚਾ ਉਹ ਇੱਕ ਬਸਤਰ ਜਾਂ ਕੱਪੜਾ ਜਾਂ ਹੁੰਦਾ ਸੀ। ਇਹ ਰਸ ਅਮਿਓ ਚੁਆਈਐ, ਇਸ ਤਰੀਕੇ ਨਾਲ ਅੰਦਰ ਇੱਕ ਬ੍ਰਹਮਾਨੰਦ ਰੂਪੀ ਅੰਮ੍ਰਿਤ ਰਸ ਚੋਂਦਾ ਹੈ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ। ਬਾਬਾ ਭਾਵ ਐ ਭਾਈ ਜੋਗੀਓ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਜਦੋਂ ਇਸ ਅੰਮ੍ਰਿਤ ਨਾਮ ਰਸ ਨੂੰ ਕੋਈ ਅੰਦਰੋਂ ਛਕਦਾ ਪੀਂਦਾ ਹੈ ਨਾ, ਤਾਂ ਫਿਰ ਉਹ ਅੰਤਰ ਆਤਮੇ ਮਤਵਾਰਾ ਹੋ ਜਾਂਦਾ ਹੈ। ਭਾਵ ਆਤਮ ਵਿਸ਼ੈਣ ਬੁੱਧ ਵਾਲਾ ਮਤ ਵਾਲਾ ਹੋ ਜਾਂਦਾ ਹੈ, ਅੰਤਰੀਵ ਨੂੰ ਖੋਜਣ ਦੀ ਬਿਰਤੀ ਵਾਲਾ। ਸਹਿਜ ਰੰਗ ਰਚ ਰਹਿਆ, ਤੇ ਹਰ ਸਮੇਂ ਸੁਤੇ ਸਿੱਧ ਵਾਹਿਗੁਰੂ ਪ੍ਰੇਮ ਪਰਮੇਸ਼ਰ ਦੇ ਪ੍ਰੇਮ ਆਨੰਦ ਵਿੱਚ ਹੀ ਰਚ ਰਹਿਆ, ਰਚਿਆ ਰਹਿੰਦਾ ਹੈ। ਇਹ ਨਿਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ। ਰਹਾਉ ਅਹਨਸ ਬਨੀ, ਬਨੀ ਬੰਨੀ ਨੂੰ ਕਹਿੰਦੇ ਆ। ਕਹਿੰਦੇ ਮਹਾਰਾਜ ਵੀ ਅਸੀਂ ਅਲੱਗ-ਅਲੱਗ ਰੰਗਾਂ ਦੀ ਸ਼ਰਾਬ ਕੱਢਦੇ ਆ ਤੇ ਉਹ ਜਿਹਾ ਪੋਟਲੀਆਂ ਪਾਉਨੇ ਆ। ਮਹਾਰਾਜ ਕਹਿੰਦੇ ਅਹਨਸ ਬੰਨੀ, ਜੋਗੀਓ ਦਿਨ ਰਾਤ ਵਾਹਿਗੁਰੂ ਜੀ ਦੇ ਪ੍ਰੇਮ ਵਿੱਚ ਪਰਮਾਤਮਾ ਨਾਲ ਪਰਮੇਸ਼ਰ ਨਾਲ ਬਿਰਤੀ ਲੱਗੀ ਹੋਈ ਹੈ। ਇਹੋ ਹੀ ਸਾਨੂੰ ਅਹਨਸ ਬੰਨੀ, ਦਿਨ ਰਾਤ ਇਹ ਬੰਨੀ ਚੜੀ ਹੋਈ ਹੈ, ਰੰਗਤ ਚੜੀ ਹੈ, ਭਾਵ ਰੰਗ ਦੀ ਸੰਧੂਰੀ ਪੋਟਲੀ ਪਾਈ ਹੋਈ ਹੈ। ਸ਼ਬਦ ਅਨਾਹਦ ਪ੍ਰੇਮ ਲਗਲਾ, ਸ਼ਬਦ ਅਨਾਹਦ ਗਹਿਆ। ਤੇ ਜਿਹੜਾ ਸ਼ਬਦ, ਇੱਥੇ ਸ਼ਬਦ ਦਾ ਅਰਥ ਬ੍ਰਹਮ ਹੈ। ਪਰਮੇਸ਼ਰ ਨੂੰ, ਬ੍ਰਹਮ ਨੂੰ ਗ੍ਰਹਿਣ ਕਰਨਾ ਅੰਤਰਾਤਮੇ, ਇਹੀ ਮਹਾਰਾਜ ਕਹਿੰਦੇ ਫਿਰ ਅੰਦਰ ਅਨਾਹਦ ਸ਼ਬਦ, ਹੱਦ ਤੋਂ ਵੀ ਉੱਪਰ ਜਿਹੜੇ ਸ਼ਬਦ ਵੱਜਦੇ ਹਨ। ਰਹਾਉ ਵਿਸਰਾਮ, ਪੂਰਾ ਸਾਚ ਪਿਆਲਾ ਸਹਜੇ, ਤਿਸਹਿ ਪੀ ਆਏ ਜਾ ਕਉ ਨਦਰ ਕਰੇ। ਮਹਾਰਾਜ ਕਹਿੰਦੇ ਭਰਥਰੀ ਹੈ ਜੋਗੀਓ ਭਾਈ, ਜਿਨ੍ਹਾਂ ਨੂੰ ਪੂਰਾ ਸਾਚ ਪਿਆਲਾ ਸਹਜੇ, ਤਿਸਹਿ ਪੀ ਆਏ ਜਾ ਕੋ ਨਦਰ ਕਰੇ। ਉਹਨਾਂ ਨੂੰ ਭਾਈ ਪਰਮੇਸ਼ਰ
ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਨਾ, ਜਿਨ੍ਹਾਂ ਕੋ ਨਦਰ ਕਰੇ, ਬਖਸ਼ਿਸ਼ ਕਰਦਾ ਹੈ, ਉਹਨਾਂ ਨੂੰ ਫਿਰ ਇਹ ਪੂਰਾ ਸੱਚਾ ਬ੍ਰਹਮ ਆਨੰਦ ਦਾ ਜਿਹੜਾ ਸਹੀ ਇਹ ਅੰਮ੍ਰਿਤ ਪਿਆਲਾ ਕਟੋਰਾ ਹੈ, ਵਾਹਿਗੁਰੂ ਉਹਨਾਂ ਨੂੰ ਪਿਆਉਂਦਾ ਹੈ। ਅੰਮ੍ਰਿਤ ਕਾ ਵਾਪਾਰੀ ਹੋਵੇ, ਕਿਆ ਮਦ ਛੂਛੈ ਭਾਉ ਧਰੇ। ਫਿਰ ਹੈ ਜੋਗੀਓ ਜਿਹੜਾ ਭਰਥਰੀ ਭਾਈ, ਜਿਹੜਾ ਇਹ ਸੱਚੇ ਅੰਮ੍ਰਿਤ ਦਾ ਵਪਾਰੀ ਹੋ ਜਾਂਦਾ ਹੈ ਨਾ, ਇਹਦੇ ਵਣਜ ਕਰਨ ਵਾਲਾ ਹੋ ਜਾਂਦਾ ਹੈ, ਇਹਨੂੰ ਪ੍ਰਾਪਤ ਕਰਨ ਵਾਲਾ ਬਣ ਜੇ ਨਾਮ ਰਸ ਬ੍ਰਹਮ ਆਨੰਦ ਨੂੰ। ਇਹ ਮ੍ਰਿਤੂ ਤੋਂ ਰਹਿਤ ਹੈ ਜੋ ਕਰਨ ਵਾਲਾ ਅੰਮ੍ਰਿਤ ਰਸ। ਕਿਆ ਮਦ ਛੂਛੈ ਭਾਉ ਧਰੈ। ਫਿਰ ਕਹਿੰਦੇ ਆ ਤੁਹਾਡੇ ਛੂਛੈ ਤੁੱਛ ਜੇ ਮਦਾਂ ਵਿੱਚ, ਆ ਘਟੀਆ ਜੇ ਮਦ ਜਿਹੜੇ ਸ਼ਰਾਬਾਂ ਵਿੱਚ, ਉਹ ਕੀ ਪ੍ਰੇਮ ਧਾਰੂ। ਫਿਰ ਇਹਨਾਂ ਨਖਿੱਧ ਵਸਤੂਆਂ 'ਚ ਕੋਈ ਪ੍ਰੇਮ ਨਹੀਂ ਰੱਖਦਾ ਹੈ। ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪ੍ਰਵਾਨ ਭਇਆ। ਗੁਰੂ ਪਾਤਸ਼ਾਹ ਮਹਾਰਾਜ ਦੀ ਜੋ ਅੰਮ੍ਰਿਤ ਬਾਣੀ ਹੈ, ਇਹ ਗੁਰੂ ਦੀ ਬਾਣੀ ਦੁਆਰਾ ਜਿਨ੍ਹਾਂ ਨੂੰ ਭਾਈ ਇਹ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਇਹ ਸਿੱਖਿਆ ਪ੍ਰਾਪਤ ਹੋ ਗਈ, ਪੀਵਤ ਹੀ ਪ੍ਰਵਾਨ ਭਇਆ, ਉਹ ਇਸ ਬ੍ਰਹਮ ਆਨੰਦ ਨੂੰ ਪੀਣ ਸਾਰ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਦਰ ਦਰਸ਼ਨ ਕਾ ਪ੍ਰੀਤਮ ਹੋਵੈ, ਮੁਕਤ ਬੈਕੁੰਠੈ ਕਰੈ ਕਿਆ। ਜਿਹੜਾ ਗੁਰਮੁਖੋ ਵਾਹਿਗੁਰੂ ਪਰਮੇਸ਼ਰ ਦੇ ਦਰ ਦਰਸ਼ਨ ਦਾ, ਉਹਦੇ ਦਰ ਦਾ ਹਿਰਦੇ ਰੂਪੀ ਦੁਆਰੇ, ਸਤਸੰਗ ਰੂਪੀ ਦੁਆਰੇ ਵਾਹਿਗੁਰੂ ਦੇ ਦਰਸ਼ਨਾਂ ਦਾ ਪਿਆਰਾ ਪ੍ਰੀਤਮ ਦਾ ਭਾਵ ਹੈ, ਪਿਆਰਾ ਹੋ ਜੇ ਨਾ, ਮੁਕਤ ਬੈਕੁੰਠੈ ਕਰੈ ਕਿਆ। ਜੋਗੀਓ ਫਿਰ ਉਹਨੇ ਮੁਕਤੀ ਕੀ, ਬੈਕੁੰਠ ਵਗੈਰਾ ਇਹ ਮੁਕਤੀਆਂ, ਬੈਕੁੰਠ ਸਵਰਗ ਲੋਕ ਦੀਆਂ ਮੁਕਤੀਆਂ, ਸ਼ਲੋਕ ਸਮੀਪ ਸਰੂਪ ਸੁਜੁਜ, ਕਿਉਂਕਿ ਫਿਰ ਕੈਵਲ ਮੁਕਤੀ ਹੈ ਉੱਪਰ, ਮੁੱਖ ਚਾਰ ਨੇ ਸਵਰਗ ਦੀਆਂ ਬੈਕੁੰਠ ਦੀਆਂ। ਬੈਕੁੰਠੈ ਤੋਂ ਭਾਵ ਹੈ ਸਵਰਗ, ਤੇ ਇਹ ਚਾਰੇ ਮੁਕਤੀਆਂ ਉਹ ਕੀ ਕਰਨੀਆਂ ਉਸਨੇ, ਉਹ ਤਾਂ ਫਿਰ ਭੇਦ ਹੋ ਜਾਂਦਾ ਤੇ ਕੈਵਲ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ। ਉਹਨੇ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਹੈ। ਸਿਫਤੀ ਰੱਤਾ ਸਦ ਬੈਰਾਗੀ, ਜੂਐ ਜਨਮ ਨ ਹਾਰੈ। ਐ ਜੋਗੀ ਉਹ ਪਰਮੇਸ਼ਰ ਦੀ ਸਿਫਤ ਵਿੱਚ ਸੁਰਤੀ ਕਰਕੇ, ਉਹ ਜਿਹੜਾ ਅੰਮ੍ਰਿਤ ਰਸ ਦਾ ਚਖਣ ਵਾਲਾ ਹੈ ਨਾ, ਉਸ ਰਤਿਆ ਜਾਂਦਾ ਸਿਫਤ ਵਿੱਚ ਰੰਗਿਆ ਹੋਇਆ ਸਦ ਬੈਰਾਗੀ। ਉਹ ਸਦਾ ਹੀ ਸੰਸਾਰ ਤੋਂ ਬੈਰਾਗਮਈ ਹੋ ਕੇ ਜੀਵਨ ਜਿਉਂਦਾ। ਜੂਐ ਜਨਮ ਨ ਹਾਰੈ, ਵਿਸ਼ੇ ਵਿਕਾਰਾਂ ਦੇ ਜੂਏ ਵਿੱਚ ਇਹ ਜਨਮ ਨੂੰ ਹਾਰਦਾ ਨਹੀਂ। ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਗੁਰੂ ਨਾਨਕ ਦੇ ਮਹਾਰਾਜ ਕਹਿਣ ਲੱਗੇ, ਐ ਭਰਥਰੀ ਜੋਗੀ ਭਾਈ ਸੁਣ ਲੈ। ਬਾਕੀ ਜੋਗੀਆਂ ਨੂੰ ਵੀ ਭਰਥਰੀ ਨੂੰ ਸੰਬੋਧਨ ਹੋ ਕੇ ਜੋਗੀਆਂ ਨੂੰ ਉਪਦੇਸ਼ ਦੇ ਰਹੇ ਆ। ਕਹਿੰਦੇ ਸੁਣ ਲੈ, ਖੀਵਾ ਅੰਮ੍ਰਿਤ ਧਾਰੈ। ਅਸੀਂ ਤਾਂ ਇਸ ਬ੍ਰਹਮ ਆਨੰਦ ਦੀ ਜਿਹੜਾ ਅੰਮ੍ਰਿਤ ਹੈ ਨਾ, ਉਹਦੇ ਵਿੱਚ ਖੀਵੇ ਹੋਏ ਵੇ ਹਾਂ। ਭਾਵ ਅਸੀਂ ਤਾਂ ਉਸ ਬ੍ਰਹਮ ਆਨੰਦ ਦੇ ਵਿੱਚ ਹੀ ਹਾਂ, ਤੇ ਉਹਦੇ ਵਿੱਚ ਹੀ ਖੀਵੇ ਦਾ ਭਾਵ ਹੈ ਮਸਤ ਹੋ ਜਾਣਾ। ਜਿਹੜਾ ਭਾਈ ਮਸਤ ਹੋ ਜਾਂਦਾ ਹੈ, ਉਹ ਫਿਰ ਨਾਮ ਰਸ ਦੇ ਵਿੱਚ ਹੀ ਟਿਕ ਜਾਂਦਾ ਹੈ। ਮਹਾਰਾਜ ਕਹਿਣ ਲੱਗੇ, ਇਸ ਨਾਮ ਅੰਮ੍ਰਿਤ ਰਸ ਦੇ ਵਿੱਚ ਜਿਹੜਾ ਕੋਈ ਟਿਕ ਜਾਂਦਾ ਹੈ, ਉਹਨੂੰ ਫਿਰ ਉਪਦੇਸ਼ ਦਿੰਦਿਆਂ ਕਹੋ ਨਾਨਕ ਸੁਣ ਭਰਥਰ ਜੋਗੀ। ਇਹ ਹੈ ਭਰਥਰੀ ਜੋਗੀ ਸੁਣ ਲੈ। ਜਿਹੜਾ ਕੋਈ ਇਸ ਨਾਮ ਰਸ ਦੇ ਵਿੱਚ ਜੁੜ ਗਿਆ, ਉਹ ਫਿਰ ਸਾਰੇ ਰਸਾਂ ਕਸਾਂ ਤੋਂ, ਦੁਨੀਆ ਦਿਆਂ ਤੋਂ ਉੱਪਰ ਉੱਠ ਜਾਂਦਾ ਹੈ। ਉਹਨਾਂ ਦੇ ਮਾਲਕ ਦੀ ਕਿਰਪਾ ਹੋ ਜਾਂਦੀ ਹੈ। ਐਸਾ ਗੁਰੂ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਦੋਹਰਾ ਅਸ ਪ੍ਰਕਾਰ ਕੇ ਬਚਨ ਸੁਨ, ਸਿੱਧ ਸਰਬ ਤਹਿ ਕਾਲ। ਇਸ ਤਰ੍ਹਾਂ ਦੇ ਬਚਨ ਸੁਣ ਕੇ ਉਸ ਸਮੇਂ ਫਿਰ ਜਿੰਨੇ ਸਿੱਧ ਹਨ ਸਾਰੇ, ਨਿਜ ਮਤ ਕੇ ਅਨੁਸਾਰ ਹੋਇ, ਬੋਲੇ ਪਰਮ ਰਸਾਲ। ਆਪਣੇ ਮਨ ਦੇ ਅਨੁਸਾਰੀ ਹੋ ਕੇ, ਆਪਣੇ ਮਤ ਦੇ ਮੁਤਾਬਕ ਹੋ ਕੇ, ਕਹਿੰਦੇ ਬਹੁਤ ਹੀ ਸੁੰਦਰ ਬਚਨ ਬੋਲੇ, ਜੋ ਮਹਾਰਾਜ ਨੇ ਸਾਰੇ ਉਪਦੇਸ਼ ਰੂਪ ਵਿੱਚ ਵੀ ਬਾਣੀ ਚ ਦਿੱਤੇ ਆ। ਸਿੱਧੋ ਬਾਚ,
ਤੇ ਇਉਂ ਮਹਾਰਾਜ ਉਪਦੇਸ਼ ਕਰਦਿਆਂ ਸਾਰੀ ਗੱਲ ਭਾਈ ਸਾਨੂੰ ਦੱਸਦੇ ਨੇ। ਇਹ ਇੱਥੇ ਸੰਤ ਰੇਣ ਜੀ ਨੇ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਲੋਕ ਹੈ ਜੋ ਦਰਜ ਕੀਤਾ ਹੈ। ਮਹੱਲਾ ਪਹਿਲਾ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਬਚਨ, ਸੋ ਗਿਰਹੀ ਜੋ ਨਿਗ੍ਰਹ ਕਰੈ। ਭਾਈ ਅਸਲ ਗ੍ਰਸਤੀ ਉਹ ਹੈ ਜਿਹੜਾ ਨਿਗ੍ਰਹਿ, ਜਿਹੜਾ ਇੰਦਰੀਆਂ ਨੂੰ ਵਿਕਾਰਾਂ ਵੱਲ ਜਾਣ ਤੋਂ ਨਿਗ੍ਰਹਿ ਕਰ ਲੈਂਦਾ ਹੈ, ਰੋਕ ਲੈਂਦਾ ਹੈ। ਜਪ ਤਪ ਸੰਜਮ ਭੀਖਿਆ ਕਰੈ। ਤੇ ਜਪ ਤਪ ਸੰਜਮ ਇਹ ਕਰਦਾ, ਪਰਮੇਸ਼ਰ ਦਾ ਨਾਮ ਜਪਦਾ ਹੈ, ਗੁਰੂ ਦੀ ਸੇਵਾ ਰੂਪੀ ਤਪ ਕਰਦਾ ਹੈ, ਇੰਦਰੀਆਂ ਨੂੰ ਬੁਰੇ ਪਾਸੇ ਜਾਣ ਤੋਂ ਰੋਕਣ ਰੂਪੀ ਸੰਜਮ ਕਰਦਾ ਹੈ। ਭੀਖਿਆ ਗੁਰੂ ਕੋਲੋਂ ਭਾਈ ਪਰਮੇਸ਼ਰ ਦੇ ਨਾਮ ਦੀ ਭੀਖਿਆ ਖੈਰ ਮੰਗਦਾ ਹੈ। ਪੁੰਨ ਦਾਨ ਕਾ ਕਰੇ ਸਰੀਰ। ਤੇ ਪੁੰਨ ਦਾਨ ਦਾ ਸਰੀਰ ਲੋੜ ਪਵੇ, ਆਪਣਾ ਸਰੀਰ ਤੱਕ ਵੀ ਜਿਹੜਾ ਹੈ ਪੁੰਨ ਦਾਨ ਕਰ ਦਿੰਦਾ, ਨਿਸ਼ਾਵਰ ਕਰ ਦਿੰਦਾ ਹੈ। ਸੋ ਗਿਰਹੀ ਗੰਗਾ ਕਾ ਨੀਰ। ਇਹ ਜਾਣੋ ਕਿ ਉਹ ਗ੍ਰਸਤੀ ਹੈ ਜਿਹੜਾ ਗੰਗਾ ਦੇ ਪਾਣੀ ਨੂੰ ਜਿਵੇਂ ਪਵਿੱਤਰ ਜਾਣਿਆ ਜਾਂਦਾ, ਭਾਈ ਉਹ ਪਵਿੱਤਰ ਹੈ। ਬੋਲੇ ਈਸ਼ਰ ਸਤ ਸਰੂਪ। ਮਹਾਰਾਜ ਕਹਿਣ ਲੱਗੇ ਵੀ ਹੈ ਜੋਗੀਓ। ਇੱਥੇ ਤੱਕ ਜੋਗੀਆਂ ਦਾ ਵਾਚ ਸੀ ਨਾ ਕਿ ਜੋਗੀ ਇਹ ਗੱਲ ਕਹਿੰਦੇ ਨੇ, ਤਾਂ ਫਿਰ ਮਹਾਰਾਜ ਕਹਿਣ ਲੱਗੇ ਬੋਲੇ ਈਸ਼ਰ ਸਤ ਸਰੂਪ। ਇਹ ਹੈ ਜੋਗੀਓ ਜੋ ਪਰਮੇਸ਼ਰ ਹੈ ਸਤ ਸਰੂਪ, ਸੱਚਾ ਮਾਲਕ, ਪਰਮ ਤੰਤ ਮਹਿ ਰੇਖ ਨਾ ਰੂਪ। ਇਹ ਪਾਵਨ ਗੁਰਬਾਣੀ ਦਾ ਸ਼ਬਦ ਹੈ ਕਿ ਪਰਮ ਤਤ ਰੂਪੀ ਜਿਹੜਾ ਸਰੂਪ ਹੈ ਉਹਦੇ ਵਿੱਚ ਕੋਈ ਉਹਦੇ 'ਚ ਰੇਖਾ ਨਹੀਂ ਹੈ। ਜਿਵੇਂ ਆ ਮੱਛ ਕੱਛ ਜੋਤਿਸ਼ ਵਾਲੇ ਰੇਖਾਵਾਂ ਮੰਨਦੇ, ਮਾਕੀ ਚਿੰਨ ਮੰਨਦੇ ਨੇ, ਕੋਈ ਆਕਾਰ ਨਹੀਂ ਹੈ। ਐਸਾ ਜਿਹੜਾ ਹਰੀ ਪਰਮੇਸ਼ਰ ਹੈ ਉਹ ਫਿਰ ਸੱਚੇ ਗ੍ਰਸਤੀ ਨੂੰ ਪ੍ਰਾਪਤ ਹੋ ਜਾਂਦਾ। ਇਹ ਕਹਿੰਦੇ ਗ੍ਰਸਤੀ ਨੂੰ ਰੱਬ ਨਹੀਂ ਮਿਲ ਸਕਦਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਜਿਹੜਾ ਗ੍ਰਸਤੀ ਉਹਨੂੰ ਪਰਮੇਸ਼ਰ ਪ੍ਰਾਪਤ ਹੋ ਜਾਂਦਾ, ਸਗੋਂ ਪਰਮੇਸ਼ਰ ਦਾ ਹੀ ਰੂਪ ਹੋ ਜਾਂਦਾ ਹੈ। ਐਸੀ ਮਹਾਰਾਜ ਕਿਰਪਾ ਕਰਦੇ ਨੇ। ਤਾਂ ਅੱਗੋਂ ਗੋਰਖਨਾਥ ਕਹਿੰਦਾ ਇਹ ਅਤੂਤੀ ਦੇ ਲੱਛਣ ਦੱਸ ਦਿਓ। ਮਹੱਲਾ ਪਹਿਲਾ ਮਹਾਰਾਜ ਬਚਨ ਕਰਦੇ, ਸੋ ਅਤੂਤੀ ਜੋ ਧੂਪੈ ਆਪ। ਮਹਾਰਾਜ ਕਹਿੰਦੇ ਬ੍ਰਗਤ ਅਵਧੂਤ ਸਾਧੂ ਉਹ ਹੈ ਜਿਹੜਾ ਆਪਾ ਭਾਵ ਨੂੰ ਧੂਪੈ ਤੁਖਾ ਦੇਵੇ, ਭਾਵ ਬ੍ਰਹਮ ਵਿਆਸ ਅਗਨੀ ਚ ਆਪਾ ਭਾਵ ਸਾੜ ਦੇਵੇ। ਭਿਖਿਆ ਭੋਜਨ ਕਰੈ ਸੰਤਾਪ। ਔਰ ਭਿਖਿਆ ਭੋਜਨ, ਭਿਖਿਆ ਖੈਰ ਮੰਗ ਕੇ ਜਿਵੇਂ ਛਕਦੇ, ਇਹ ਵੀ ਹੈ ਨਾ ਜੋਗੀਆਂ ਚ ਇੱਕ ਘਰ ਦਾ ਭੋਜਨ ਹੀ। ਭਾਈ ਭਿਖਿਆ ਭੋਜਨ ਗੁਰੂ ਪਾਸੋਂ ਪਰਮੇਸ਼ਰ ਦੇ ਨਾਮ ਅੰਮ੍ਰਿਤ ਰੂਪੀ ਭੋਜਨ ਦੀ ਭਿਖਿਆ ਕਰੇ, ਇਹ ਮੰਗੇ। ਕਰੈ ਸੰਤਾਪ। ਸੰਤਾਪ ਭਲੀ ਪ੍ਰਕਾਰ ਤਪ ਕਰਦਾ, ਉਸ ਨਾਮ ਨੂੰ ਜਪਦਾ ਹੈ। ਔਹਟ ਪਟਣ ਮਹਿ ਭੀਖਿਆ ਕਰੈ। ਔਹਟ ਫਿਰ ਭਾਈ ਜਿਹੜਾ ਹਿਰਦਾ ਹੈ ਨਾ, ਇਹ ਇੱਕ ਜਾਣੋ ਕਿ ਪਟਣ ਮਹਿ ਸ਼ਹਿਰ ਦੇ ਵਿੱਚ ਭੀਖਿਆ ਕਰੇ। ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਰੂਪੀ ਖੈਰ ਗੁਰੂ ਕੋਲੋਂ ਮੰਗਦਾ ਹੈ। ਔ ਧੂਤੀ ਸ਼ਿਵਪੁਰ ਚੜ੍ਹੈ। ਐਸਾ ਜਿਹੜਾ ਧੂਤੀ ਹੈ ਸ਼ਿਵਪੁਰ ਜੋ ਕਲਿਆਣ ਸਰੂਪ ਪਰਮੇਸ਼ਰ ਹੈ, ਪੁਰ ਚੜ੍ਹੈ ਉਹਦੀ ਪੁਰੀ ਵਿੱਚ ਚੜ ਜਾਂਦਾ ਹੈ। ਜਾਂ ਭਾਈ 10ਵੇਂ ਦੁਆਰ ਵਿੱਚ ਬਿਰਤੀ ਚੜ ਜਾਂਦੀ ਹੈ। ਬੋਲੇ ਗੋਰਖ ਸਤ ਸਰੂਪ। ਮਹਾਰਾਜ ਕਹਿੰਦੇ ਗੋਰਖ ਜੋ ਪਰਮੇਸ਼ਰ ਹੈ ਸੱਚਾ ਸਰੂਪ ਮਾਲਕ, ਪਰਮ ਤੰਤ ਮਹਿ ਰੇਖ ਨਾ ਰੂਪ। ਉਹ ਪਰਮ ਤੰਤ ਉਸ ਵਰਮ ਦੇ ਵਿੱਚ ਕੋਈ ਆ ਮੱਛ ਕਛ ਵਗੈਰਾ ਕੋਈ ਰੇਖਾ ਜਾਂ ਇਸਤਰੀ ਪੁਰਖ ਆਦਿਕ ਦੇ ਕੋਈ ਉਹਦਾ ਵੱਖਰਾ ਆਕਾਰ ਨਹੀਂ ਹੈ। ਐਸੀ ਸਤਿਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਪਾਤਸ਼ਾਹ ਜੀ ਨੇ ਗੋਰਖ ਨੂੰ ਇਹ ਉਪਦੇਸ਼ ਦਿੱਤਾ ਹੈ। ਫਿਰ ਗੁਰਮੁਖੋ ਗੋਪੀ ਚੰਦ ਵਗੈਰਾ ਹੁਣੀ ਆ ਗਏ, ਕਹਿੰਦੇ ਉਦਾਸੀ ਕੌਣ ਹੈ? ਮਹਾਰਾਜ ਨੇ ਫਿਰ ਉਹਨੂੰ ਉਪਦੇਸ਼ ਦਿੰਦਿਆਂ ਕਿਹਾ, ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ। ਉਦਾਸੀ ਉਹ ਹੈ ਵੀ ਜਿਹੜਾ ਸੰਸਾਰੀ ਵਾਸ਼ਨਾ ਨੂੰ ਉਪਰਾਮਤਾ ਪਾਲੇ, ਸੰਸਾਰੀ ਵਾਸ਼ਨਾਵਾਂ ਤੋਂ ਉੱਪਰ ਉੱਠ ਜੇ, ਅਸਲ ਉਦਾਸੀ ਹੈ।
ਅਰਧ ਉਰਧ ਕਰੇ ਨਿਰੰਜਨ ਵਾਸ। ਅਰਧ ਉਰਧ ਭਾਵ ਜੀਵ ਹੇਠਾਂ ਸਾਰੇ ਇੱਧਰ ਉੱਧਰ ਜਿੱਥੇ ਵੀ ਹੈ ਉਹ ਪ੍ਰਮਾਤਮਾ ਜੋ ਨਿਵਾਸ ਉਹਦੇ ਵਿੱਚ ਹੀ ਕਰਦਾ। ਭਾਵ ਅਰਧ ਉਰਧ, ਅਰਧ ਭਾਈ ਜਾਂ ਸਵਾਸ ਜਾਣਾ, ਉੱਪਰ ਉੱਠਣਾ, ਜਾਂ ਜਿੰਨੇ ਵੀ ਹੇਠਾਂ ਜੀਵ ਹੈ ਉੱਪਰ ਨੇ ਸਾਰੇ ਉਹ ਅਕਾਲ ਪੁਰਖ ਹੀ ਸਭ ਜਗ੍ਹਾ ਵਾਸਾ ਕਰਦਾ ਹੈ। ਚੰਦ ਸੂਰਜ ਕੀ ਪਾਏ ਗੰਢ। ਚੰਦਰਮਾ ਇਹ ਈੜਾ ਨਾੜੀ, ਸੂਰਜ ਪਿੰਗਲਾ, ਇਹਨਾਂ ਦੋਹਾਂ ਦੀ ਜਿਹੜੀ ਗੰਢ ਪਾਵੇ ਤੇ ਫਿਰ ਸੁਖਮਣਾ ਜਿਹੜੀ ਆ ਉਹਦੇ ਵਿੱਚ ਮਿਲ ਜਾਣਾ। ਐਸੀ ਗੰਢ ਪਾਏ ਤਿਸ ਉਦਾਸੀ ਕਾ ਪੜੈ ਨਾ ਕੰਧ। ਐਸਾ ਜਿਹੜਾ ਉਦਾਸੀ ਹੈ ਉਹਦਾ ਫਿਰ ਕੋਈ ਮਹਾਰਾਜ ਕਹਿੰਦੇ ਪੜੈ ਨਾ ਕੰਧ। ਕੰਧ ਕਹਿੰਦੇ ਉਹ ਦੇਹਾਂ 'ਚ ਨਹੀਂ ਪੈਂਦਾ ਹੈ, ਕੰਧ ਰੂਪੀ ਦੇਹਾਂ ਵਿੱਚ ਨਹੀਂ ਜਾਂਦਾ ਹੈ। ਬੋਲੇ ਗੋਪੀ ਚੰਦ ਸਤ ਸਰੂਪ। ਮਹਾਰਾਜ ਕਹਿੰਦੇ ਗੋਪੀ ਚੰਦ ਪਰਮੇਸ਼ਰ ਸੱਚਾ ਸਰੂਪ, ਸੱਚਾ ਮਾਲਕ ਹੈ। ਪਰਮ ਤੰਤ ਮਹਿ ਰੇਖ ਨਾ ਰੂਪ। ਪਰਮ ਤੰਤ ਦੇ ਵਿੱਚ ਕੋਈ, ਉਸ ਬ੍ਰਹਮ ਵਿੱਚ ਕੋਈ ਕੱਛ ਮੱਛ ਇਤਿਆਦਿਕ ਰੇਖਾਵਾਂ ਨਹੀਂ ਹਨ। ਫਿਰ ਮਹਾਰਾਜ ਚਰਪੜਨਾਥ ਵਗੈਰਾ ਪੁੱਛਦੇ, ਉਹਨੂੰ ਦੱਸਦੇ ਨੇ ਪਖੰਡੀ ਜਿਹੜਾ ਹੈ। ਫਿਰ ਬਰਾਗੀ ਕੌਣ ਹੈ, ਇਉਂ ਉਹ ਸਾਰਾ ਉਪਦੇਸ਼ ਆਪਾਂ ਇੱਥੋਂ ਅੱਗੇ ਕੱਲ ਸਰਵਣ ਕਰਾਂਗੇ। ਸੋ ਪਾਖੰਡੀ ਜੇ ਕਾਇਆ ਪਖਾਲੇ। ਹੁਣ ਆਓ, ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ ਹੈ। ਚੜੇ ਸੋ ਤਰੇ ਪਾਰ। ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।